श्री वाहिगुरु साहिब जी। श्री नानक अंगद गुरु अमरदास पद बंद। रामदास अर्जन गुरु बार श्री हर गोबिंद। हरि राय हर कृष्ण गुर तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है मानुख भगत वैराग। श्री गुरु ग्रंथ साहिब उदद बंदो कार्य अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एक अंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा गृह चंदू के सुध भई सतगुर को दुख देत। किसे सिख की सुता थी पापी मुखान केत। गृह चंदू के सुध भई सतगुर को दुख देत। किसे सिख की सुता थी पापी मुखान केत। पतत पावन कृपा निधान बाणी के बोहित जुगो जुग टल। चवर छत्र तख्त दे मालक धन धन साहिब श्री गुरु ग्रंथ साहिब जी सच्चे पातशाह तिन्हां दी पावन पवित्र हजूरी दे अंदर मिल बैठी गुरु दा खास रूप गुरु खालसा साध संगत जीओ। आप जीआं दे बड़े वड्डे भाग हन जो आप जीआं नूं साहिबां दी मुबारक गोद अंदर बैठ करके गुरु अर्जन पातशाह शहीदां दे सरताज तिन्हां दे शहीदी दिहाड़े नूं समर्पित जो कथा दे समागम लिखे गए हैं। आप बड़े ही शरधा दे नाल आ करके साहिबां जीआं दा जो शहीदी दी वारता है सुनना करते हो। आओ सब तो पहला कलगीधर पातशाह जीआं दी बख्शिश कीती होई फतेह दी हाज़री लगवाईए। मिल करके आखना करिए जी वाहिगुरु जी का खालसा वाहिगुरु जी की फतेह। कल दे अध्याय अंदर आपां ने सरवण करना कीता सी गुरु अर्जन पातशाह महाराज जीआं नूं चंदू अपने घर दे अंदर लै गया ते जा करके देग नूं बालना कीता है। शहीदां दे सरताज गुरु अर्जन पातशाह महाराज जीआं नूं उस देग दे विच पा करके उबालना कीता। बड़े तसीहे दिते ने। उस वेले भाई बराणा जी गुरु अर्जन पातशाह महाराज जीआं दे वल वेख के बड़े ही वीर रस दे विच आए। भाई बराणा जी गुरु अर्जन पातशाह नूं कहण लगे सच्चे पातशाह सानू हुक्म देना करो असी इन्हां मुगलों दीआं जड़ां पुट देवांगे। सच्चे पातशाह इशारा ही कर देवो साडे कोलों तुहाडे उपर आए कष्ट जरे नहीं जांदे।
ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਸਿੱਖਾਂ ਨੂੰ ਕਹਿਣ ਲੱਗੇ, ਸਿੱਖੋ, ਇਹ ਉਸ ਵਾਹਿਗੁਰੂ ਅਕਾਲ ਪੁਰਖ ਦਾ ਭਾਣਾ ਹੈ। ਅਸੀਂ ਇਸੇ ਪ੍ਰਕਾਰ ਹੀ ਆਪਣਾ ਸਰੀਰ ਛੱਡਣਾ ਏ ਤੇ ਨਾ ਤੁਰਕਾਂ ਮੁਗਲਾਂ ਦੀਆਂ ਜੜ੍ਹਾਂ ਪੁੱਟ ਦੇਣੀਆਂ ਨੇ। ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਜੀਆਂ ਨੂੰ ਕੁਝ ਕੁ ਸਮਾਂ ਦੇਗ ਦੇ ਵਿੱਚ ਉਬਾਲਿਆ ਗਿਆ। ਬਾਅਦ ਵਿੱਚ ਗੁਰੂ ਅਰਜਨ ਪਾਤਸ਼ਾਹ ਜੀਆਂ ਨੂੰ ਬਾਹਰ ਕੱਢ ਦਿੱਤਾ। ਇਹ ਜਿਹੜੀ ਵਾਰਤਾ ਆਪਾਂ ਕੱਲ੍ਹ ਦੀ ਅਧਿਆਏ ਦੇ ਵਿੱਚ ਸਰਵਣ ਕਰਨਾ ਕੀਤੀ ਹੈ। ਆਓ ਅੱਗੇ ਕਿਵੇਂ ਚੰਦੂ ਦੀ ਨਹੁੰ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਕੋਲ ਆਉਂਦੀ ਹੈ ਤੇ ਪ੍ਰਸ਼ਾਦਾ ਛਕਾਉਣਾ ਕਰਦੀ ਹੈ, ਉਸ ਵਾਰਤਾ ਨੂੰ ਬੜੇ ਹੀ ਪ੍ਰੇਮ ਦੇ ਨਾਲ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਗ੍ਰਹਿ ਚੰਦੂ ਕੇ ਸੁਧ ਭਈ, ਸਤਿਗੁਰ ਕੋ ਦੁਖ ਦੇਤਾ। ਜਦੋਂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀਆਂ ਨੂੰ ਇੰਨੇ ਦੁੱਖ ਦਿੱਤੇ ਚੰਦੂ ਨੇ, ਤੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੀ ਜਿਹੜੀ ਖਬਰ ਹੈ ਸਾਰੇ ਪਾਸੇ ਫੈਲਣਾ ਕੀਤੀ, ਤੇ ਚੰਦੂ ਦੇ ਘਰ ਦੇ ਵਿੱਚ ਵੀ ਪਤਾ ਲੱਗ ਗਿਆ ਵੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀਆਂ ਨੂੰ ਬੜੇ ਹੀ ਦੁੱਖ ਦਿੱਤੇ ਗਏ ਹਨ। ਕਿਸੇ ਸਿੱਖ ਕੀ ਸੁਦਾ ਥੀ, ਪਾਪੀ ਨੂੰ ਖਾਨ ਕੇਤਾ। ਤੇ ਕਵੀ ਜੀ ਕਹਿੰਦੇ ਕਿਸੇ ਸਿੱਖ ਦੀ ਪੁੱਤਰੀ ਸੀ ਜਿਹਦਾ ਰਿਸ਼ਤਾ ਇਸ ਚੰਦੂ ਦੇ ਪੁੱਤਰ ਦੇ ਨਾਲ ਹੋਇਆ ਸੀ। ਚੰਦੂ ਦੀ ਨਹੁੰ ਬਣ ਕਰਕੇ ਰਹਿ ਰਹੀ ਸੀ ਉਹ ਜਿਹੜੀ ਸਿੱਖ ਦੀ ਪੁੱਤਰੀ ਜੀ। ਬਈ ਸੁਣ ਪ੍ਰਸੰਗ ਦਰ ਕਿਉ ਤਿਸ ਹਿਰਦਾ। ਤੇ ਜਦੋਂ ਉਸਨੇ ਪ੍ਰਸੰਗ ਸੁਣਿਆ ਕਿ ਜਿਹੜੇ ਗੁਰੂ ਅਰਜਨ ਪਾਤਸ਼ਾਹ ਨੂੰ ਮੇਰਾ ਪੇਕਾ ਪਰਿਵਾਰ ਬੜਾ ਹੀ ਮੰਨਦਾ ਹੈ, ਉਹਨਾਂ ਦੇ ਅੱਗੇ ਬੇਨਤੀਆਂ ਕਰਦਾ ਹੈ, ਉਸ ਗੁਰੂ ਅਰਜਨ ਪਾਤਸ਼ਾਹ ਨੂੰ ਇੰਨੇ ਦੁੱਖ ਦਿੱਤੇ। ਜਦੋਂ ਇਹ ਵਾਰਤਾ ਸੁਣੀ ਤੇ ਉਸ ਪੁੱਤਰੀ ਦਾ ਹਿਰਦਾ ਬੜਾ ਹੀ ਡਰਿਆ ਹੈ। ਨਾਮ ਨਹਿਰ ਮਨ ਜੇ ਸਦਾ। ਤੇ ਕਹਿਣ ਲੱਗੀ, ਜਿਹੜੇ ਗੁਰੂ ਅਰਜਨ ਪਾਤਸ਼ਾਹ ਜੀਆਂ ਨੂੰ ਮੇਰਾ ਪੇਕਾ ਪਰਿਵਾਰ ਬਣਦਾ ਹੈ, ਅਨਕ ਕਾਮਨਾ ਜਾਚਤ ਪਾਈ। ਤੇ ਜੋ ਵੀ ਉਹਨਾਂ ਦੇ ਮਨ 'ਚ ਇੱਛਾ ਸੀ ਮੇਰੇ ਪਰਿਵਾਰ ਨੇ ਜਾ ਕੇ ਗੁਰੂ ਅਰਜਨ ਪਾਤਸ਼ਾਹ ਦੇ ਕੋਲੋਂ ਪੂਰੀ ਕਰਵਾਈ ਸੀ। ਗੁਰ ਗੁਰ ਸਿਮਰਤ ਨਿਤ ਸੁਖਦਾਈ। ਤੇ ਗੁਰੂ ਗੁਰੂ ਸਿਮਰ ਕਰਕੇ ਨਿਤ ਹੀ ਅਸੀਂ ਸੁਖਾਂ ਨੂੰ ਪ੍ਰਾਪਤ ਕੀਤਾ ਸੀ। ਸਸੁਰ ਪਾਤ ਕੀ ਤੇ ਦੁਖ ਦੇਤ। ਤੇ ਫਿਰ ਕਹਿਣ ਲੱਗੀ, ਜਿਹੜਾ ਮੇਰਾ ਸਹੁਰਾ ਚੰਦੂ ਪਾਪੀ ਹੈ ਇਹ ਉਸੇ ਗੁਰੂ ਅਰਜਨ ਪਾਤਸ਼ਾਹ ਨੂੰ ਦੁੱਖ ਦਿੰਦਾ ਏ, ਜਿਹੜੇ ਗੁਰੂ ਅਰਜਨ ਪਾਤਸ਼ਾਹ ਦੇ ਅੱਗੇ ਕਦੇ ਬੇਨਤੀਆਂ ਕਰਦੇ ਸਾਂ ਤੇ ਮੇਰਾ ਪੇਕਾ ਪਰਿਵਾਰ ਉਹਨਾਂ ਅੱਗੇ ਜਾ ਕਰਕੇ ਅਰਦਾਸਾਂ ਕਰਕੇ ਆਪਣੇ ਮਨ ਦੀਆਂ ਇੱਛਾ ਪੂਰੀਆਂ ਕਰਦੇ ਸਨ। ਉਹ ਅਗਤੀ ਮੈਂ ਇਨਹੁ ਨਕੇਤ। ਤੇ ਕਹਿਣ ਲੱਗੀ, ਕਿਹੜੇ ਪਾਪਾਂ ਕਰਕੇ ਮੈਂ ਇਸ ਚੰਦੂ ਪਾਪੀ ਦੇ ਘਰ ਦੇ ਵਿੱਚ ਆ ਗਈ। ਇਤਕ ਦਿਵਸ ਤੇ ਪੀਓ ਨਾ ਪਾਣੀ। ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀਆਂ ਨੇ ਕਿੰਨਿਆਂ ਦਿਨਾਂ ਦੇ ਵਿੱਚ ਹੈ ਜੋ ਕੋਈ ਵੀ ਜਲ ਪਾਣੀ ਛਕਣਾ ਨਹੀਂ ਕੀਤਾ। ਖਾਏ ਨਾ ਭੋਜਨ ਨਿੰਦਰਾ ਹਾਨੀ। ਤੇ ਨਾ ਹੀ ਗੁਰੂ ਸਾਹਿਬ ਜੀਆਂ ਨੇ ਪ੍ਰਸ਼ਾਦਾ ਛਕਿਆ ਏ ਤੇ ਨਾ ਹੀ ਘੜੀ ਪਲ ਸੌਂ ਕਰਕੇ ਵੇਖਣਾ ਕੀਤਾ ਹੈ। ਇੱਕ ਜੀਵਨ ਇਸ ਘਰ ਮਹਿ ਮੇਰੂ। ਤੇ ਕਹਿਣ ਲੱਗੀ, ਮੇਰਾ ਇਸ ਘਰ ਦੇ ਵਿੱਚ ਰਹਿਣਾ ਬੜਾ ਹੀ ਲਾਹਣਤਾਂ ਭਰਿਆ ਜੀਵਨ ਹੈ। ਗੁਰ ਕੋ ਦੁਖ ਸੁਨ ਥਿਰ ਹੁਆ ਹੀਰੂ। ਤੇ ਗੁਰੂ ਦੇ ਦੁੱਖਾਂ ਨੂੰ ਸੁਣ ਕਰਕੇ ਮੈਂ ਇਸ ਘਰ ਦੇ ਵਿੱਚ ਰਹਿ ਰਹੀ ਹਾਂ, ਮੇਰੇ ਜੀਵਨ ਦੇ ਉੱਪਰ ਲਾਹਣਤਾਂ ਹਨ। ਰਹਿਓ ਨਾ ਗਇਓ ਮਿਠਾਈ ਕੋਹਰੀ। ਤੇ ਉਸ ਦੇ ਕੋਲੋਂ ਫਿਰ ਰਿਹਾ ਨਹੀਂ ਗਿਆ, ਚੰਦੂ ਦੀ ਨਹੁੰ ਦੇ ਕੋਲੋਂ ਬੜੀ ਹੀ ਛੇਤੀ ਦੇ ਨਾਲ ਜਲ ਦੇ ਵਿੱਚ ਮਿੱਠਾ ਘੋਲਣਾ ਕੀਤਾ ਹੈ। ਕੁਛ ਭੋਜਨ ਲੈ ਗਮਨੀ ਚੋਰੀ। ਤੇ ਮਿੱਠੇ ਜਲ ਦੇ ਨਾਲ ਕੁਝ ਭੋਜਨ ਪ੍ਰਸ਼ਾਦਾ ਲੈ ਕੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੀ ਤਰਫ ਨੂੰ ਚੱਲੀ ਹੈ। ਪਹੁੰਚੀ ਜੇਠਾਂ ਘਰੇ ਸਿਪਾਹੀ। ਫਿਰ ਉੱਥੇ ਜਾ ਕੇ ਖਲੋਣਾ ਕੀਤਾ ਏ ਜਿੱਥੇ ਚੰਦੂ ਦੇ ਸਿਪਾਹੀ ਖਲੋਤੇ ਹੋਏ ਹਨ। ਸੁਖ ਚਤ ਡਰਤ ਜਾਤ ਨਹਿ ਪਾਈ ਪਾਹੀ। ਸਿਪਾਹੀਆਂ ਨੂੰ ਵੇਖ ਕਰਕੇ ਡਰਦੀ ਹੋਈ ਉਹਨਾਂ ਸਿਪਾਹੀਆਂ ਦੇ ਕੋਲ ਜਾ ਨਹੀਂ ਰਹੀ, ਮਨ ਦੇ ਵਿੱਚ ਡਰ ਵੀ ਧਾਰਨ ਕੀਤਾ ਏ ਜੇ ਕਿਤੇ ਸਿਪਾਹੀਆਂ ਨੇ ਚੰਦੂ ਨੂੰ ਦੱਸ ਦਿੱਤਾ ਮੈਨੂੰ ਮਾਰ ਦੇਣਗੇ, ਇਸੇ ਡਰ ਤੋਂ ਡਰਦੀ ਹੋਈ ਸਿਪਾਹੀਆਂ ਦੇ ਕੋਲ ਨਹੀਂ ਗਈ। ਇੱਕ ਹਕਾਰ ਕਰ ਆਪਣੇ ਪਾਸ। ਤੇ ਕਵੀ ਜੀ ਕਹਿੰਦੇ ਫਿਰ ਉਸ ਦੀ ਨਹੁੰ ਨੇ ਚੰਦੂ ਦੀ ਨੇ ਬੜਾ ਹੀ ਜਿਗਰਾ ਕਰਕੇ ਇੱਕ ਸਿਪਾਹੀ ਨੂੰ ਬੁਲਾ ਕੇ ਆਪਣੇ ਕੋਲ ਬੁਲਾਇਆ ਹੈ। ਜਿਨਸ ਜੇਵਰ ਤਿਨਹ ਨਿਕਾਸ। ਤੇ ਜਿੰਨੇ ਵੀ ਉਹਦੇ ਕੋਲ ਗਹਿਣੇ ਸਨ
ਸਾਰੇ ਉਸ ਸਿਪਾਹੀ ਨੂੰ ਦੇਣਾ ਕੀਤੇ ਨੇ। ਰਾਖੋ ਗੁਪਤ ਸੁਨਾਵਹੁ ਨਾਹੀ। ਕਹਿਣ ਲੱਗੇ, ਹੇ ਸਿਪਾਹੀ, ਇਹਨਾਂ ਗਹਿਣਿਆਂ ਨੂੰ ਵੀ ਆਪਣੇ ਕੋਲ ਰੱਖ ਲੈ ਤੇ ਮੈਨੂੰ ਵੀ ਕਿਸੇ ਬਾਰੇ ਦੱਸੀ ਨਾ ਵੀ ਮੈਂ ਗੁਰੂ ਅਰਜਨ ਪਾਤਸ਼ਾਹ ਦੇ ਕੋਲ ਆਈ ਸਾਂ। ਇਸ ਗੱਲ ਨੂੰ ਗੁਪਤ ਰੱਖਣਾ ਕਰ। ਮੈਂ ਇੱਕ ਬੇਰ ਜਾਉ ਗੁਰ ਪਾਹੀ। ਤੇ ਮੈਂ ਇੱਕ ਵਾਰ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਕੋਲ ਜਾਣਾ ਚਾਹੁੰਦੀ ਹਾਂ। ਤਰੇ ਲੋਭ ਤੂਚਨ ਹੋਏ ਰਹੇ। ਤੇ ਕਵੀ ਜੀ ਕਹਿੰਦੇ ਜਿਹੜੇ ਸਿਪਾਹੀ ਸਨ ਬੜੇ ਲਾਲਚੀ ਸਨ, ਲਾਲਚ ਦੇ ਵਿੱਚ ਆ ਕੇ ਚੁੱਪ ਕਰ ਗਏ ਤੇ ਚੰਦੂ ਦੀ ਨਾਉ ਨੂੰ ਜਾਣ ਦਿੱਤਾ ਹੈ। ਜਾਏ ਤੁਰਤ ਆਵਹੁ ਬਚ ਕਹੀ। ਤੇ ਚੰਦੂ ਦੀ ਨਾਉ ਕਹਿਣ ਲੱਗੀ ਵੀ ਕੁਝ ਕੁ ਸਮੇਂ ਤੱਕ ਮੈਂ ਜਾ ਕੇ ਛੇਤੀ ਦੇ ਨਾਲ ਹੀ ਵਾਪਸ ਆਉਣਾ ਕਰਾਂਗੀ। ਚੰਦ ਪਾਤ ਕੀ ਲਖੈ ਨਾ ਜਿਸ ਤੇ। ਜਿਹਦੇ ਨਾਲ ਚੰਦੂ ਨੂੰ ਕੋਈ ਵੀ ਪਤਾ ਨਾ ਲੱਗੇਗਾ, ਜਿਹਦੇ ਨਾਲ ਮੇਰੇ ਉੱਪਰ ਤੇ ਤੁਹਾਡੇ ਉੱਪਰ ਕੋਈ ਕਸ਼ਟ ਨਹੀਂ ਆਏਗਾ। ਹਮੋ ਨਿਕਾਸ ਹੈ ਨਹਿ ਮਾਨ ਰਿਸ਼ਤੇ। ਤੇ ਆਨੂੰ ਕਿਸੇ ਵੀ ਪਾਸੇ ਨਿਕਲ ਨਾ ਦੇਣਾ। ਜੇ ਚੰਦੂ ਆ ਗਿਆ ਮੈਨੂੰ ਦੱਸ ਦਿਓ ਤੇ ਮੈਂ ਕਿਸੇ ਵੀ ਤਰੀਕੇ ਨਾਲ ਤੁਹਾਨੂੰ ਫਸਾਵਾਂਗੀ ਨਹੀਂ, ਮੈਂ ਆਪ ਹੀ ਇੱਥੋਂ ਚਲੀ ਜਾਵਾਂਗੀ। ਗਈ ਗੁਰੂ ਟਿਗ ਦੇਖਤ ਰੋਈ। ਤੇ ਉਸ ਵੇਲੇ ਸਿਪਾਹੀਆਂ ਨੂੰ ਲਾਲਚ ਦੇ ਕਰਕੇ ਫਿਰ ਚੰਦੂ ਦੀ ਨਹੁੰ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਕੋਲ ਗਈ ਹੈ। ਤੇ ਜਦੋਂ ਜਾ ਕੇ ਦਰਸ਼ਨ ਕੀਤੇ ਨਾ ਵੀ ਸੁੱਖਾਂ ਨੂੰ ਦੇਣ ਵਾਲੇ ਗੁਰੂ ਅਰਜਨ ਪਾਤਸ਼ਾਹ, ਸ਼ਾਂਤੀ ਦੇ ਪੁੰਜ ਗੁਰੂ ਅਰਜਨ ਪਾਤਸ਼ਾਹ ਅੱਜ ਇੰਨੇ ਕਸ਼ਟਾਂ ਦੇ ਵਿੱਚ ਨੇ, ਇੰਨੇ ਦੁੱਖ ਆਏ ਨੇ, ਤੇ ਦੁੱਖਾਂ ਨੂੰ ਵੇਖ ਕਰਕੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਅੱਗੇ ਹੱਥ ਜੋੜ ਕਰਕੇ ਰੋਣ ਲੱਗ ਪਈ। ਨਮੋ ਠਾਨ ਕਹਿ ਬਿਨੈ ਬਿਨੈ ਭਗੋਈ। ਤੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਅੱਗੇ ਹੱਥ ਜੋੜ ਕਰਕੇ ਨਿਮਰਤਾ ਦੇ ਨਾਲ ਬੇਨਤੀਆਂ ਕਰਦੀ ਹੈ। ਸ੍ਰੀ ਸਤਿਗੁਰੂ ਜੀ ਬੀਜਹਿ ਬਾਣੀ। ਕਹਿਣ ਲੱਗੀ, ਸੱਚੇ ਪਾਤਸ਼ਾਹ ਕਿਰਪਾ ਕਰਕੇ ਮੈਂ ਤੁਹਾਡੇ ਲਈ ਇਹ ਮਿੱਠਾ ਜਲ ਲੈ ਕੇ ਆਈ ਹਾਂ, ਕਿਰਪਾ ਕਰਕੇ ਇਸ ਜਲ ਨੂੰ ਛਕਣਾ ਕਰੋ। ਇਹੋ ਆਹਾਰ ਕੋ ਕੀਜਹਿ ਖਾਨੀ। ਸੱਚੇ ਪਾਤਸ਼ਾਹ ਜੀ ਤੁਹਾਡੇ ਲਈ ਪ੍ਰਸ਼ਾਦਾ ਵੀ ਲੈ ਕੇ ਆਈ ਹਾਂ। ਮੈਨੂੰ ਪਤਾ ਲੱਗਾ ਏ ਤੁਸੀਂ ਪ੍ਰਸ਼ਾਦਾ ਨਹੀਂ ਛਕਿਆ, ਬੜੇ ਦਿਨ ਹੋ ਗਏ, ਕਿਰਪਾ ਕਰਕੇ ਇਸ ਪ੍ਰਸ਼ਾਦੇ ਨੂੰ ਛਕਣਾ ਕਰੋ। ਪਾਪੀ ਕੇ ਸੋਤ ਸੋ ਮੈਂ ਵਿਆਹੀ। ਕਹਿਣ ਲੱਗੀ, ਸੱਚੇ ਪਾਤਸ਼ਾਹ ਇਹ ਜਿਹੜਾ ਪਾਪੀ ਚੰਦੂ ਹੈ ਇਹਦੇ ਪੁੱਤਰ ਦੇ ਨਾਲ ਮੈਂ ਵਿਆਹੀ ਹੋਈ ਹਾਂ। ਉਤੀ ਯੋਗਤਾ ਐਸੇ ਨਾਹੀ। ਤੇ ਇਸ ਤਰੀਕੇ ਦੀ ਜਿਹੜੀ ਯੋਗਤਾ ਹੈ ਇਹ ਬਣਨੀ ਨਹੀਂ ਆਉਂਦੀ। ਕਰਿਓ ਪਾਪ ਕੋ ਆਗੇ ਆਵ। ਕਹਿਣ ਲੱਗੀ, ਸੱਚੇ ਪਾਤਸ਼ਾਹ ਮੈਂ ਤਾਂ ਸਿੱਖਾਂ ਦੇ ਘਰ ਵਿੱਚ ਜੰਮੀ ਪਲੀ ਸਾਂ, ਤੁਹਾਡੇ ਦਰ ਦੇ ਉੱਪਰ ਸੇਵਾ ਕਰਦਾ ਸੀ ਸਾਡਾ ਪਰਿਵਾਰ, ਪਤਾ ਨਹੀਂ ਕੋਈ ਪੁਰਾਣਾ ਪਾਪ ਹੀ ਅੱਗੇ ਆ ਗਿਆ। ਸੱਚੇ ਪਾਤਸ਼ਾਹ ਇਹਨਾਂ ਪਾਪੀਆਂ ਦੇ ਘਰ ਦੇ ਵਿੱਚ ਮੇਰਾ ਵਿਆਹ ਹੋ ਗਿਆ, ਜਿਸ ਕਰ ਇਨਕੇ ਸਦਨ ਵਸਾਇ। ਜਿਹਦੇ ਕਰਕੇ ਸੱਚੇ ਪਾਤਸ਼ਾਹ ਇਹਨਾਂ ਪਾਪੀਆਂ ਦੇ ਘਰ ਦੇ ਵਿੱਚ ਆ ਕੇ ਮੈਂ ਵਸੀ ਹਾਂ। ਤੁਮਰੇ ਸਿੱਖ ਕੀ ਸੁਤਾ ਪਛਾਨਹੁ। ਇਹ ਸੱਚੇ ਪਾਤਸ਼ਾਹ ਜੀ ਮੈਨੂੰ ਇਹ ਨਾ ਜਾਣਨਾ ਕਰੋ ਕਿ ਇਹ ਚੰਦੂ ਦੀ ਨਹੁੰ ਹੈ, ਪਰ ਮੈਂ ਤੁਹਾਡੇ ਸਿੱਖ ਦੀ ਵੀ ਪੁੱਤਰੀ ਹਾਂ। ਸੱਚੇ ਪਾਤਸ਼ਾਹ ਆਪਣੇ ਸਿੱਖ ਦੀ ਪੁੱਤਰੀ ਜਾਣਨਾ ਕਰੋ। ਨਿਜ ਦਾਸਨ ਲਾਗ ਕਰਨਾ ਠਾਨਹੁ। ਇਹ ਸੱਚੇ ਪਾਤਸ਼ਾਹ ਜੀ ਮੈਨੂੰ ਆਪਣੀ ਦਾਸੀ ਜਾਣ ਕਰਕੇ ਆਪਣੇ ਚਰਨਾਂ ਦੇ ਵਿੱਚ ਜਗ੍ਹਾ ਦੇਣੀ ਕਰੋ। ਇੱਕ ਸਤਿਗੁਰ ਸ੍ਰੀ ਮੁਖ ਤੇ ਭਾਖਾ। ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀਆਂ ਨੇ ਉਸ ਸੁਪੁੱਤਰੀ ਦਾ ਪ੍ਰੇਮ ਵੇਖ ਕਰਕੇ ਆਪਣੇ ਮੁਖ ਦੇ ਵਿੱਚੋਂ ਬਚਨ ਆਖੇ ਹਨ। ਸਾਧ ਤੋਹਿ ਆਸ ਭਾਉ ਜੀ ਰਾਖਾ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਤੂੰ ਸਦਾ ਹੀ ਖੁਸ਼ੀਆਂ ਦੇ ਵਿੱਚ ਰਵੇ, ਸਦਾ ਹੀ ਆਬਾਦ ਵਸਦੀ ਰਵੇ, ਇੰਨਾ ਪ੍ਰੇਮ ਤੂੰ ਸਾਡੇ ਲਈ ਧਾਰਨ ਕੀਤਾ ਹੈ। ਜੇ ਕਰ ਚਾਹੇ ਆਪਣੀ ਕਲਿਆਣਾ। ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ, ਹੇ ਪੁੱਤਰੀ ਜੇ ਤੂੰ ਚਾਹੁੰਦੀ ਏ ਮੇਰਾ ਕਲਿਆਣ ਹੋ ਜਾਵੇ, ਸੰਗ ਹਮਾਰੇ ਤਿਆਗੋ ਪ੍ਰਾਨਾ। ਸਾਡੇ ਨਾਲ ਹੀ ਤੂੰ ਆਪਣੇ ਪ੍ਰਾਣਾਂ ਨੂੰ ਤਿਆਗਣਾ ਕਰ। ਜਰਾਂ ਉਖੇਰ ਹੈ ਚੰਦੂ ਕੇਰੀ। ਤੇ ਅਸੀਂ ਚੰਦੂ ਦੀਆਂ ਜੜ੍ਹਾਂ ਨੂੰ ਪੁੱਟ ਦੇਵਾਂਗੇ, ਦੀ ਕੁਲ ਨੂੰ ਨਾਸ਼ ਕਰ ਦੇਵਾਂਗੇ। ਕਰਹਿ ਜਗ੍ਹਾ ਦੋਜਕ ਮਹਿ ਗੇਰੀ। ਜਦੋਂ ਇਹ ਨਰਕਾਂ ਦੇ ਵਿੱਚ ਫਿਰ ਜਾ ਕਰਕੇ ਪੈਣਾ ਕਰੇਗਾ, ਜਿੰਨੇ ਚੰਦੂ ਪਾਪੀ ਪਾਪ ਕਰ ਰਿਹਾ ਹੈ, ਇਹਦੇ ਪਾਪਾਂ ਦੇ ਕਰਕੇ ਇਹਨੂੰ ਨਰਕਾਂ ਦੇ ਵਿੱਚ ਜਾਣਾ ਪਵੇਗਾ ਜੀ। ਹਾਂ ਹਮਾਰੋ ਪਲਟਾ ਲੈ ਕੇ। ਤੇ ਇੱਥੇ ਹੁਣ
ਸਾਡਾ ਜਿਹੜਾ ਪਲਟਾ ਹੈ ਸਾਡਾ ਬਦਲਾ ਲਿਆ ਜਾਵੇਗਾ। ਅਤਹ ਕੁਮੌਤ ਮਹਾ ਦੁਖ ਕੋ ਦੈ। ਸਾਡਾ ਪੁੱਤਰ ਗੁਰੂ ਹਰਗੋਬਿੰਦ ਜਦੋਂ 2 ਤਲਵਾਰਾਂ ਧਾਰਨ ਕਰੇਗਾ, ਸ਼ਸਤਰ ਧਾਰੀ ਖਾਲਸਾ ਪੈਦਾ ਕਰੇਗਾ, ਉਸ ਵੇਲੇ ਇਹਨਾਂ ਮੁਗਲਾਂ ਦਾ ਨਾਸ਼ ਕਰਕੇ ਇਹਨਾਂ ਦੇ ਕੋਲੋਂ ਸਾਡੀ ਸ਼ਹਾਦਤ ਦਾ ਬਦਲਾ ਲਵੇਗਾ। ਸਗਲ ਸਾਧਨ ਇਸ ਹੋਏ ਖਰਾਬ। ਤੇ ਇਸ ਚੰਦੂ ਦਾ ਸਾਰਾ ਹੀ ਘਰ ਪਰਿਵਾਰ ਜਿਹੜਾ ਹੈ ਉਹ ਨਸ਼ਟ ਹੋ ਜਾਵੇਗਾ, ਖਰਾਬ ਹੋ ਜਾਵੇਗਾ। ਫਿਰ ਨਾ ਕੇਮ ਇਸ ਬਨਹਿ ਸ਼ਤਾਬ। ਤੇ ਕਿਸੇ ਵੀ ਤਰੀਕੇ ਨਾਲ ਇੱਥੇ ਥਿਰ ਕੋਈ ਵੀ ਰਹਿਣਾ ਨਹੀਂ ਕਰੇਗਾ। ਇਹ ਪੁੱਤਰੀ, ਇਸ ਕਰਕੇ ਤੂੰ ਆਪਣਾ ਸਰੀਰ ਸਾਡੇ ਨਾਲ ਹੀ ਤਿਆਗਣਾ ਕਰ, ਕਿਉਂਕਿ ਗੁਰੂ ਅਰਜਨ ਪਾਤਸ਼ਾਹ ਜੀ ਜਾਣਦੇ ਸਨ ਇਸ ਪਰਿਵਾਰ ਤੇ ਬਹੁਤ ਕਸ਼ਟ ਆਉਣੇ ਨੇ, ਪਰ ਇਹ ਮੇਰੇ ਸਿੱਖ ਦੀ ਪੁੱਤਰੀ ਏ। ਆਪਣੇ ਸਿੱਖ ਦੀ ਪੁੱਤਰੀ ਜਾਣ ਕਰਕੇ ਇਹਦੇ ਜਿਹੜੇ ਪ੍ਰਾਣ ਹਨ ਇਹਨੂੰ ਨਰਕ ਤੋਂ ਪੈਣ ਤੋਂ ਬਚਾਉਣਾ ਚਾਹੀਦਾ ਹੈ। ਇਸ ਲਈ ਗੁਰੂ ਅਰਜਨ ਪਾਤਸ਼ਾਹ ਨੇ ਕਿਹਾ, ਪੁੱਤਰੀ ਸਾਡੇ ਨਾਲ ਹੀ ਤੂੰ ਆਪਣੇ ਪ੍ਰਾਣਾਂ ਨੂੰ ਤਿਆਗ ਦੇ, ਕਿਉਂਕਿ ਇਸ ਪਰਿਵਾਰ ਦੇ ਉੱਪਰ ਬੜੇ ਹੀ ਕਸ਼ਟ ਆਉਣ ਵਾਲੇ ਹਨ। ਹਾਲ ਕੁਟੰਬ ਅਲੰਬ ਬਿਹਾਨੇ। ਤੇ ਇਸ ਪਰਿਵਾਰ ਦੇ ਉੱਪਰ ਬੜੇ ਹੀ ਕਸ਼ਟ ਆਉਣਗੇ, ਬੜੇ ਹੀ ਤੜਫ ਕਰਕੇ ਮਰਨਾ ਕਰਨਗੇ। ਰੋਦਤ ਮਰਹਿ ਮਹਾ ਦੁਖ ਲੀਨੇ। ਤੇ ਰੋਂਦੇ ਹੋਏ ਮਰਨਗੇ ਤੇ ਬੜੇ ਹੀ ਦੁੱਖ ਲੈਣਗੇ। ਰਾਖੋ ਗੋਪ ਬਤਾਵੋ ਕਾਹਿਨਾ। ਇਹ ਪੁੱਤਰੀ, ਇਸ ਗੱਲ ਨੂੰ ਗੁਪਤ ਰੱਖਣਾ ਕਰੀ, ਕਿਸੇ ਨੂੰ ਵੀ ਦੱਸਣਾ ਨਾ ਕਰੀ। ਸੰਕਟ ਇਨਹੁ ਸੰਗ ਸਹਿ ਨਾਹਿਨ। ਤੇ ਤੂੰ ਇਹਨਾਂ ਪਾਪੀਆਂ ਦੇ ਨਾਲ ਕੋਈ ਵੀ ਸੰਕਟ ਨਾ ਸਹਿਣਾ ਕਰ, ਤੂੰ ਆਪਣੇ ਪ੍ਰਾਣਾਂ ਨੂੰ ਤਿਆਗ ਦੇ। ਖਾਨ ਪਾਨ ਇਸਕੇ ਘਰ ਕੀਰਾ। ਤੇ ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ, ਪੁੱਤਰੀ ਤੂੰ ਸਾਡੇ ਲਈ ਪ੍ਰਸ਼ਾਦਾ ਲੈ ਕੇ ਆਈ ਏ, ਪਰ ਫਿਰ ਵੀ ਇਹ ਪ੍ਰਸ਼ਾਦਾ ਜਿਹੜਾ ਹੈ ਚੰਦੂ ਦੀ ਕਮਾਈ ਦੇ ਨਾਲ ਤਿਆਰ ਹੋਇਆ, ਇਹਦੇ ਘਰ ਦੇ ਵਿੱਚ ਤਿਆਰ ਹੋਇਆ ਹੈ। ਇਹ ਪ੍ਰਸ਼ਾਦਾ ਅਸੀਂ ਛਕਣਾ ਨਹੀਂ ਕਰਾਂਗੇ। ਹਮ ਨਹਿ ਕਰਹਿ ਜਾਹੁ ਦੇ ਫੇਰਾ। ਅਸੀਂ ਇਹ ਪ੍ਰਸ਼ਾਦਾ ਛਕਣਾ ਨਹੀਂ ਕਰਾਂਗੇ। ਇਸ ਪ੍ਰਸ਼ਾਦੇ ਨੂੰ ਤੂੰ ਆਪਣੇ ਘਰ ਵਾਪਸ ਲੈ ਜਾ। ਸੁਨ ਸਤਿਗੁਰ ਤੇ ਸਗਲੀ ਬਾਤ। ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਕੋਲੋਂ ਸਾਰੀ ਇਸ ਗਾਥਾ ਨੂੰ ਸੁਣ ਕਰਕੇ ਆਛੋ ਲਖਿਓ ਪ੍ਰਾਨ ਕੋ ਘਾਤ। ਤੇ ਉਸ ਪੁੱਤਰੀ ਨੇ ਸੋਚਣਾ ਕੀਤਾ, ਹੁਣ ਇਸ ਤੋਂ ਚੰਗਾ ਮੈਂ ਆਪਣੇ ਪ੍ਰਾਣਾਂ ਦਾ ਘਾਤ ਕਰ ਦੇਵਾਂ, ਆਪਣੇ ਸਰੀਰ ਦੇ ਵਿੱਚੋਂ ਪ੍ਰਾਣਾਂ ਨੂੰ ਕੱਢ ਦੇਵਾਂ ਜੀ। ਕਹਿਤ ਆਪਨੇ ਸੰਗ ਮਿਲਾਵਹੁ। ਤੇ ਕਹਿਣ ਲੱਗੀ, ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਮੈਨੂੰ ਵੀ ਆਪਣੇ ਨਾਲ ਮਿਲਾਉਣਾ ਕਰੋ ਜੀ। ਕਰੋ ਕਿਰਪਾ ਲੈ ਸੰਗ ਸਦਾਵਹੁ। ਸੱਚੇ ਪਾਤਸ਼ਾਹ ਹੁਣ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਹੀ ਲੈ ਜਾਣਾ ਕਰੋ ਜੀ। ਅੰਗੀਕਾਰ ਗੁਰ ਕੀ ਗੁਰ ਕੁਛ ਕੀਨੋ। ਤੇ ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਨੇ ਕੁਝ ਵੀ ਅੰਗੀਕਾਰ ਨਹੀਂ ਕੀਤਾ। ਜੋ ਕੁਝ ਵੀ ਉਹ ਲੈ ਕਰਕੇ ਆਈ ਸੀ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਲਈ, ਸੱਚੇ ਪਾਤਸ਼ਾਹ ਨੇ ਸਭ ਕੁਝ ਹੀ ਵਾਪਸ ਮੋੜ ਦਿੱਤਾ ਹੈ। ਅੰਗੀਕਾਰ ਨਾ ਗੁਰ ਕੁਛ ਕੀਨੋ। ਤੇ ਗੁਰੂ ਨੇ ਕੁਝ ਵੀ ਅੰਗੀਕਾਰ ਨਹੀਂ ਕਰਨਾ ਕੀਤਾ। ਹਟ ਗਮਨੀ ਮਰ ਕੋ ਨਿਜ ਚੀਨੋ। ਤੇ ਹਟ ਕਰਕੇ ਚੱਲ ਪਈ ਤੇ ਉਸਨੇ ਮਰਨਾ ਹੀ ਚੰਗਾ ਸਮਝਿਆ। ਅਦਕ ਦੁਖੀ ਹੋਏ ਪਰੀ ਵਿਚਾਰੀ। ਤੇ ਬੜੇ ਹੀ ਦੁਖੀ ਹੋ ਕਰਕੇ ਵਿਚਾਰੀ ਆਪਣੇ ਘਰ ਨੂੰ ਗਈ ਹੈ। ਬਾਸਨਾ ਬਸਾਵਹਿ ਹੋਈ ਲਚਾਰੀ। ਤੇ ਬੜੀ ਹੀ ਲਾਚਾਰ ਜੀ ਹੋ ਕਰਕੇ ਉਹ ਆਪਣੇ ਘਰ ਦੇ ਵਿੱਚ ਬੈਠ ਗਈ ਹੈ ਜੀ। ਈਤ ਜਾਮਨੀ ਸੋ ਤਬ ਗਈ। ਉਸ ਵੇਲੇ ਕਵੀ ਜੀ ਕਹਿੰਦੇ ਜਾਮਣੀ ਰਾਤ ਦਾ ਇੱਕ ਪਹਿਰ ਬੀਤਿਆ ਹੈ। ਬੈਠੇ ਗੁਰ ਪ੍ਰਭਾਤ ਤਬ ਭਈ। ਤੇ ਗੁਰੂ ਅਰਜਨ ਪਾਤਸ਼ਾਹ ਜੀ ਉਸੇ ਹੀ ਤਰੀਕੇ ਨਾਲ ਬੈਠੇ ਹੋਏ ਹਨ, ਚੌਂਕੜਾ ਲਾ ਕਰਕੇ। ਤੇ ਉਸੇ ਤਰੀਕੇ ਨਾਲ ਚੌਂਕੜਾ ਲਾਇਆ ਹੋਇਆ ਹੈ ਤੇ ਇੰਨੇ ਸਮੇਂ ਨੂੰ ਦਿਨ ਚੜ੍ਹ ਆਇਆ ਹੈ। ਚੰਦੂ ਦੁਸ਼ਟ ਵਿਚਾਰਤ ਮਨ ਮੈਂ। ਤੇ ਉਧਰ ਜਿਹੜਾ ਦੁਸ਼ਟ ਚੰਦੂ ਸੀ ਉਹ ਵੀ ਆਪਣੇ ਮਨ ਦੇ ਵਿੱਚ ਬੜੀਆਂ ਵਿਚਾਰਾਂ ਕਰਦਾ ਹੈ। ਅਗਨ ਤਾਪ ਤੇ ਵੀਰ ਨਾ ਤਨ ਮੈਂ। ਚੰਦੂ ਮਨ ਦੇ ਵਿੱਚ ਸੋਚਦਾ ਏ ਵੀ ਇਸ ਗੁਰੂ ਅਰਜਨ ਨੂੰ ਮੈਂ ਇੰਨੇ ਤਸੀਹੇ ਦਿੱਤੇ ਹਨ, ਪਰ ਫਿਰ ਵੀ ਇਹ ਮਨ ਦੇ ਵਿੱਚ ਡੋਲਿਆ ਨਹੀਂ। ਰਤਾ ਭਰ ਵੀ ਇੰਨਾ ਤਾਪ ਦਿੱਤਾ, ਇਹਨੂੰ ਪਾਣੀ ਦੇ ਵਿੱਚ ਬਾਲਿਆ ਗਿਆ, ਪਰ ਫਿਰ ਵੀ ਇਸਨੇ ਡੋਲਣਾ ਨਹੀਂ ਕੀਤਾ। ਤਰਾਸ ਪਾਏ ਨਹਿ ਮਾਨੀ ਬਾਤ। ਨਾ ਹੀ ਇਹਨੇ ਮਨ ਦੇ ਵਿੱਚ ਕੋਈ ਡਰ ਪਾਇਆ ਏ ਤੇ ਨਾ ਹੀ ਮੇਰੀ ਕੋਈ ਗੱਲ ਮੰਨੀ ਹੈ। ਨਹਿ ਜਾਣਤ ਮੇਰੋ ਹੋਏ ਘਾਤ। ਤੇ ਨਾ ਹੀ ਇਹ ਜਾਣਦਾ ਏ ਵੀ ਮੈਂ ਇਸ ਨੂੰ ਜਿੰਦਾ ਨਹੀਂ ਛੱਡਾਂਗਾ,
ਇਹਦੇ ਸਾਹਾਂ ਦਾ ਘਾਤ ਕਰ ਦੇਵਾਂਗਾ, ਮਾਰ ਦੇਵਾਂਗਾ। ਤਪਤ ਬਾਰ ਕੀ ਲੱਗੀ ਨਾ ਕੋ। ਤੇ ਕਹਿਣ ਲੱਗਾ ਇੰਨਾ ਪਾਣੀ ਗਰਮ ਸੀ, ਬਲਦੇ ਹੋਏ ਪਾਣੀ ਦੇ ਵਿੱਚ ਗੁਰੂ ਅਰਜਨ ਨੂੰ ਪਾਇਆ, ਪਰ ਇਸਨੇ ਜਰਾ ਜਿੰਨਾ ਵੀ ਜਿਹੜਾ ਤਾਪ ਹੈ ਆਪਣੇ ਸਰੀਰ ਦੇ ਉੱਪਰ ਝੱਲਣਾ ਨਹੀਂ ਕੀਤਾ, ਸਹਿਣਾ ਨਹੀਂ ਕੀਤਾ। ਇਹਨੂੰ ਕੋਈ ਵੀ ਤਾਪ ਮਹਿਸੂਸ ਨਹੀਂ ਹੋਇਆ। ਇਸ ਨੂੰ ਫਿਰ ਤਪਾਉਣਾ ਕਰਾਂਗਾ। ਵਾਰੂ ਤਪਤ ਲਗਾਇ ਸੋ। ਤੇ ਉਸ ਵੇਲੇ ਮਨ ਦੇ ਵਿੱਚ ਸੋਚਦਾ ਏ ਹੁਣ ਰੇਤਾ ਨੂੰ ਤੱਤੀ ਕਰਕੇ ਇਹਦੇ ਉੱਪਰ ਪਾਉਣਾ ਕਰਾਂਗੇ। ਏਮ ਚਿਤਵਤ ਹੀ ਖਾਏ ਆਹਾਰਾ। ਕਵੀ ਜੀ ਕਹਿੰਦੇ ਇਹ ਦੁਸ਼ਟ ਚੰਦੂ ਇਹੋ ਜੀਆਂ ਸੋਚਾਂ ਸੋਚਦਾ ਆ, ਪ੍ਰਸ਼ਾਦਾ ਪਾਣੀ ਛਕ ਰਿਹਾ ਸੀ। ਖਾਏ ਬਾਦ ਕੀ ਬਾਦ ਹਥਿਆਰਾ। ਤੇ ਇਹ ਜਿਹੜਾ ਪਾਪੀ ਹਥਿਆਰਾ ਫਿਰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀਆਂ ਦੇ ਵੱਲ ਆਇਆ ਹੈ। ਔਰ ਵਿਖਿਆ ਸਿੱਖਨ ਕੋ ਹੇਰਾ। ਤੇ ਆ ਕੇ ਡਿਉਰੀ ਦੇ ਵਿੱਚ ਜਿਹੜੇ 5 ਸਿੱਖ ਬੰਨੇ ਹੋਏ ਹਨ, ਉਹਨਾਂ 5 ਸਿੱਖਾਂ ਦੇ ਵੱਲ ਵੇਖਣਾ ਕੀਤਾ ਹੈ। ਹਾਂਡੋ ਹੋਏ ਕਹਿਓ ਤਿਸ ਬੇਰਾ। ਤੇ ਚੰਦੂ ਨੇ ਉਹਨਾਂ 5 ਸਿੱਖਾਂ ਦੇ ਕੋਲ ਖਲੋ ਕਰਕੇ ਆਪਣੇ ਮੂੰਹ ਦੇ ਵਿੱਚੋਂ, ਮੁਖ ਦੇ ਵਿੱਚੋਂ ਇਹ ਵਾਕ ਕਹੇ ਹਨ। ਇਹ ਸਿੱਖ ਰੰਗ ਕਹਿਤ ਕਿਆ ਕਾਲੀ। ਕਹਿਣ ਲੱਗਾ ਇਹ ਸਿੱਖਾ, ਕੱਲ ਤੂੰ ਐਡੀ ਉੱਚੀ ਆਵਾਜ਼ ਦੇ ਵਿੱਚ ਕੀ ਕਹਿ ਰਿਹਾ ਸੀ? ਕਰੋ ਤਾੜਨਾ ਇਨਹਿ ਵਿਸਾਲੀ। ਤੇ ਸਿਪਾਹੀਆਂ ਨੂੰ ਕਹਿਣ ਲੱਗਾ ਸਿਪਾਹੀਓ, ਡਾਂਗਾ ਲਿਆ ਕਰਕੇ, ਡੰਡੇ ਸੋਟੇ ਲਿਆ ਕਰਕੇ ਇਹਨਾਂ ਸਿੱਖਾਂ ਨੂੰ ਮਾਰਨਾ ਕਰੋ। ਨਿਰਭਾਵਤ ਮੋਹੇ ਅਚਰਜ ਦੇਬਾ। ਇਹ ਜਿਹੜੇ ਸਿੱਖ ਨੇ ਬੰਨੇ ਹੋਏ ਨੇ ਫਿਰ ਵੀ ਮੈਨੂੰ ਡਰ ਪਾਉਂਦੇ ਨੇ, ਇਹਨਾਂ ਨੂੰ ਚੰਗੀ ਤਰ੍ਹਾਂ ਤਾੜਨਾ ਕਰੋ। ਛੁਟਬੇ ਕਾਰਨ ਕਰਤ ਫਰੇਬਾ। ਇਹ ਛੁੱਟਣ ਦੇ ਲਈ ਫਰੇਬ ਕਰਦੇ ਨੇ, ਸੋਚਦੇ ਨੇ ਚੰਦੂ ਡਰ ਜਾਵੇਗਾ, ਪਰ ਚੰਦੂ ਦੇ ਕੋਲ ਬੜੇ ਸਿਪਾਹੀ ਨੇ, ਮੈਂ ਇਹਨਾਂ ਦਾ ਡਰ ਨਹੀਂ ਮੰਨਾਗਾ। ਮੁਸ਼ਕਲ ਮੁਝ ਤੇ ਹੋਨ ਖਲਾਸੀ। ਤੇ ਮੇਰੇ ਕੋਲੋਂ ਖਲਾਸੀ ਹੋਣੀ ਤਾਂ ਬੜੀ ਦੂਰ ਦੀ ਗੱਲ ਹੈ, ਹੁਣ ਮੈਂ ਇਹਨਾਂ ਨੂੰ ਛੱਡਣਾ ਨਹੀਂ ਕਰਾਂਗਾ। ਮਨ ਜੇ ਨਹ ਤਉ ਦੇ ਫਾਸੀ। ਜੇ ਕਰਕੇ ਮੇਰੀ ਪੁੱਤਰੀ ਦਾ ਨਾਤਾ ਨਾ ਮੰਨੇ ਤਾਂ ਇਹਨਾਂ ਨੂੰ ਮੈਂ ਫਾਂਸੀ ਤੇ ਲਟਕਾ ਦੇਵਾਂਗਾ। ਇਨ ਜਸਨ ਤੇ ਸੁਨ ਗਰਬਾਇਓ। ਤੇ ਇਹੋ ਜਿਹੇ ਬਚਨਾਂ ਨੂੰ ਸੁਣ ਕਰਕੇ ਚੰਦੂ ਕਹਿਣ ਲੱਗਾ, ਐਸੇ ਸਿੱਖਾਂ ਦੇ ਬੋਲਾਂ ਨੂੰ ਸੁਣ ਕੇ ਇਹ ਗੁਰੂ ਅਰਜਨ ਜਿਹੜਾ ਬੜੇ ਹੀ ਮਾਣ ਵਿੱਚ ਆਇਆ ਹੈ। ਨਹੀਂ ਬੋਲੇ ਕਹੋ ਮਨ ਮਹਿ ਲਿਆਇਓ। ਇਹਨੇ ਮਨ ਦੇ ਵਿੱਚ ਮੇਰੇ ਖਿਆਲਾਂ ਨੂੰ ਲਿਆਉਣਾ ਨਹੀਂ ਕੀਤਾ। ਇਮ ਕਹਿ ਸੋਟੇ ਕੁਛ ਮਰਵਾਏ। ਇਸ ਤਰੀਕੇ ਨਾਲ ਕਹਿ ਕੇ ਚੰਦੂ ਨੇ ਆਪਣੇ ਸਿਪਾਹੀਆਂ ਦੇ ਕੋਲੋਂ ਉਹਨਾਂ 5 ਸਿੱਖਾਂ ਦੇ ਸੋਟੇ ਮਰਵਾਉਣਾ ਕੀਤੇ ਨੇ। ਰਹੇ ਮੌਨ ਗੁਰ ਤੇ ਡਰ ਪਾਏ। ਤੇ 5 ਸਿੱਖ ਕੁਝ ਵੀ ਬੋਲੇ ਨਹੀਂ, ਕਿਉਂਕਿ ਗੁਰੂ ਅਰਜਨ ਪਾਤਸ਼ਾਹ ਨੇ ਕਹਿ ਦਿੱਤਾ ਹੈ, ਸਿੱਖੋ ਜੇ ਕਰਾਮਾਤ ਦਿਖਾ ਦਿੱਤੀ ਤਾਂ ਖਾਲੀ ਰਹਿ ਜਾਵੋਗੇ, ਇੱਥੇ ਕੋਈ ਵੀ ਕਰਾਮਾਤ ਨਹੀਂ ਦਿਖਾਉਣੀ। ਇਸ ਕਰਕੇ ਗੁਰੂ ਸਾਹਿਬ ਜੀਆਂ ਤੋਂ ਡਰਦੇ ਹੋਏ 5 ਸਿੱਖਾਂ ਨੇ ਕੋਈ ਵੀ ਆਪਣਾ ਜਿਹੜੀ ਕਰਾਮਾਤ ਨਹੀਂ ਦਿਖਾਉਣਾ ਕੀਤੀ। ਨਹੀਂ ਸ਼ਕਤ ਕਿਨ ਕੀਨ ਦਿਖਾਵਨ। ਤੇ ਕਿਸੇ ਨੇ ਵੀ ਕੋਈ ਆਪਣੀ ਸ਼ਕਤੀ ਦਿਖਾਉਣਾ ਨਹੀਂ ਕੀਤੀ। ਸਾਰਿਆਂ ਨੇ ਸਿਪਾਹੀਆਂ ਦੇ ਜਿਹੜੇ ਸੋਟੇ ਹਨ ਮਾਰਨ ਨੂੰ ਝੱਲਣਾ ਕੀਤਾ ਹੈ। ਬੈਠ ਰਹੇ ਕਰ ਮਨ ਮੁਰਝਾਵਨ। 5 ਸਿੱਖ ਹੀ ਆਪਣੇ ਮਨ ਨੂੰ ਮੁਰਝਾ ਕਰਕੇ ਚੁੱਪ ਕਰਕੇ ਬੈਠੇ ਹਨ। ਕੋਨ ਗਮਨਿਓ ਸਤਿਗੁਰ ਕੇ ਪਾਸ। ਫਿਰ ਚੰਦੂ ਸਿੱਖਾਂ ਦੇ ਕੋਲੋਂ ਤੁਰ ਕੇ ਉੱਥੇ ਪਹੁੰਚਿਆ ਹੈ ਜਿੱਥੇ ਗੁਰੂ ਅਰਜਨ ਪਾਤਸ਼ਾਹ ਜੀ ਬਿਰਾਜੇ ਹਨ। ਕਹਿ ਕੁਬਾਕ ਉਪਾਵਹਿ ਤਰਾਸ। ਤੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਕੋਲ ਜਾ ਕੇ ਚੰਦੂ ਬੜਾ ਹੀ ਡਰਾਉਣਾ ਕਰਦਾ ਹੈ, ਭੈੜੇ ਬੋਲ ਕਹਿੰਦਾ ਹੈ। ਕਰ ਕਹਿਵੇ ਕੋ ਨਯੋ ਸਤਿਗੁਰ ਤੇ ਸਤਿਗੁਰ ਤੇ ਉਸ ਵੇਲੇ ਚੰਦੂ ਕਹਿਣ ਲੱਗਾ, ਗੁਰੂ ਅਰਜਨ ਤੂੰ ਮੈਨੂੰ ਕੂਕਰ ਕਿਹਾ ਸੀ, ਕੁੱਤਾ ਕਹਿਣਾ ਕੀਤਾ ਸੀ। ਕੂਕਰ ਕਹਿਵੇ ਕੋ ਫਲ ਜੋਈ। ਤੇ ਜਿਹੜਾ ਵੀ ਕੂਕਰ ਕਹਿਣ ਦਾ, ਕੁੱਤੇ ਖਾਣ ਦਾ ਜਿਹੜਾ ਫਲ ਹੈ, ਲਹਿਓ ਕਿ ਨਹੀਂ ਬਤਾਵੋ ਸੋਈ। ਇਹ ਗੁਰੂ ਅਰਜਨ ਹੁਣ ਮੈਨੂੰ ਦੱਸਣਾ ਕਰ, ਮੈਨੂੰ ਕੁੱਤਾ ਕਿਹਾ ਸੀ, ਕੁੱਤਾ ਕਹਿਣ ਦਾ ਤੈਨੂੰ ਫਲ ਪ੍ਰਾਪਤ ਹੋਇਆ ਹੈ ਕਿ ਨਹੀਂ? ਅਬ ਲੋ ਕਹਾਂ ਸਾਸਨਾ ਬਣੀ। ਤੇ ਅਜੇ ਤੱਕ ਵੀ ਤੇਰੇ ਨਾਲ ਕੋਈ ਸਾਸਨਾ ਤਾੜਨਾ ਜ਼ਿਆਦਾ ਤੇ ਨਹੀਂ ਕੀਤੀ, ਅਜੇ ਤਾਂ ਕੇਵਲ ਤੈਨੂੰ ਥੋੜਾ ਜਿਹਾ ਦੱਸਿਆ ਹੈ। ਦੇਖੋ ਆਜ ਹੋਏ ਜਿਮ ਕਨੀ। ਅੱਜ ਤੂੰ ਵੇਖਣਾ ਕਰੀ ਤੇਰੇ ਨਾਲ ਕੀ ਬਣਦਾ ਹੈ, ਤੇਰੇ ਉੱਪਰ ਕੀ ਕਸ਼ਟ ਆਉਂਦੇ ਨੇ। ਹੋਤ ਨਹੀਂ ਮੈਂ ਮਿਥਿਆ ਬਾਦੀ। ਤੇ ਕਹਿਣ ਲੱਗਾ ਏ ਗੁਰੂ ਅਰਜਨ
ਏਦਾਂ ਨਾ ਸੋਚੀ ਮੈਂ ਝੂਠ ਕਹਿ ਰਿਹਾ ਹਾਂ। ਦਇਓ ਆਦਗਮੀ ਕੇ ਦਇਓ ਅਬ ਸ਼ਾਂਤੀ ਸ਼ਾਦੀ। ਇਹ ਮਨ ਦੇ ਵਿੱਚ ਸੋਚਣਾ ਨਾ ਕਰੀ ਵੀ ਮੈਂ ਤੈਨੂੰ ਛੱਡ ਦੇਵਾਂਗਾ, ਹੁਣ ਮੈਂ ਤੈਨੂੰ ਦੁੱਖ ਦੇਣੇ ਕਰਾਂਗਾ, ਕੋਈ ਵੀ ਸ਼ਾਂਤੀ ਨਹੀਂ ਮਿਲੇਗੀ। ਜਿਸ ਧਨ ਕੋ ਠਾਨਤ ਅਹੰਕਾਰ। ਜਿਸ ਧਨ ਦਾ ਵੀ ਤੂੰ ਆਪਣੇ ਮਨ ਦੇ ਵਿੱਚ ਹੰਕਾਰ ਧਾਰਨ ਕੀਤਾ ਹੈ, ਸੋ ਸਭ ਜਪਤ ਕਰੋ ਘਰ ਬਾਰ। ਇਹ ਗੁਰੂ ਅਰਜਨ, ਤੇਰੇ ਕੋਲੋਂ ਸਾਰਾ ਉਹ ਧਨ ਮੈਂ ਜ਼ਬਤ ਕਰ ਲਵਾਂਗਾ, ਜਿੰਨਾ ਵੀ ਤੇਰਾ ਧਨ ਦੌਲਤ ਹੈ, ਘਰ ਹੈ, ਸਾਰਾ ਹੀ ਮੈਂ ਜ਼ਬਤ ਕਰ ਲਵਾਂਗਾ। ਪ੍ਰਥਮ ਕਰੂੰ ਤੇਰੋ ਤਨ ਘਾਤ। ਪਹਿਲਾਂ ਮੈਂ ਤੇਰੇ ਸਰੀਰ ਦਾ ਘਾਤ ਕਰਾਂਗਾ, ਤੇਰੇ ਸਰੀਰ ਨੂੰ ਨਾਸ਼ ਕਰ ਦੇਵਾਂਗਾ। ਕੋਨ ਗਹਿਵਾਏ ਦੇਹੋਂ ਤੋ ਤਾਤ। ਪਹਿਲਾਂ ਮੈਂ ਤੈਨੂੰ ਮਾਰਾਂਗਾ, ਫਿਰ ਤੇਰਾ ਪੁੱਤਰ ਗੁਰੂ ਹਰਗੋਬਿੰਦ ਹੈ, ਉਹਨੂੰ ਆਪਣੇ ਕੋਲ ਸੱਦਣਾ ਕਰਾਂਗਾ ਤੇ ਉਹਦੇ ਵੀ ਸਾਹਾਂ ਨੂੰ ਰੋਕ ਦੇਵਾਂਗਾ। ਨਾਤਾ ਮਨ ਹੈ ਕਰੋ ਖਲਾਸੀ। ਜਾਂ ਤਾਂ ਫਿਰ ਇੱਕ ਕੰਮ ਕਰ ਲੈ, ਮੇਰੀ ਪੁੱਤਰੀ ਦਾ ਨਾਤਾ ਲੈ ਲਾ, ਤੇਰੀ ਮੈਂ ਖਲਾਸੀ ਕਰ ਦੇਵਾਂਗਾ। ਮਾਹੇ ਤਾਂ ਹਤਾਂ ਕਾਲ ਗਰਭਾਸੀ। ਨਹੀਂ ਤਾਂ ਫਿਰ ਮੈਂ ਤੇਰੇ ਸਾਰੇ ਪਰਿਵਾਰ ਨੂੰ ਮਾਰ ਦੇਣਾ ਕਰਾਂਗਾ। ਸਭ ਪ੍ਰਾਪਤ ਹੋਏ ਮਨ ਚਿਤ ਸ਼ਾਂਤੀ। ਉਸ ਵੇਲੇ ਫਿਰ ਮੇਰੇ ਮਨ ਨੂੰ ਸ਼ਾਂਤੀ ਮਿਲੇਗੀ, ਜਦੋਂ ਤੇਰੇ ਸਾਰੇ ਪਰਿਵਾਰ ਦੇ ਸਾਹਾਂ ਨੂੰ ਮੈਂ ਰੋਕ ਦੇਵਾਂਗਾ। ਵਿਧਵਾ ਲਖੋਂ ਸੁਤਾ ਪਛਤਾਤੀ। ਉਸ ਤੋਂ ਬਾਅਦ ਫਿਰ ਮੈਂ ਆਪਣੀ ਪੁੱਤਰੀ ਨੂੰ ਵਿਧਵਾ ਕਰਕੇ ਆਪਣੇ ਘਰ ਦੇ ਵਿੱਚ ਰੱਖਣਾ ਕਰਾਂਗਾ। ਨਿਮਟੈ ਪਾਠ ਬਿਖਾਤੇ ਬਾਰੂ। ਇਸ ਤਰੀਕੇ ਦੇ ਕਠੋਰ ਬਚਨ ਕਹਿ ਕੇ ਫਿਰ ਚੰਦੂ ਨੇ ਰੇਤ ਮੰਗਾਉਣਾ ਕੀਤੀ ਹੈ। ਗਵਾਇਸ ਤੇ ਕਰੈ ਨਿਹਾਰੂ। ਤੇ ਰੇਤਾ ਨੂੰ ਮੰਗਾ ਕਰਕੇ ਉਸ ਚੰਦੂ ਪਾਪੀ ਨੇ ਰੇਤਾ ਦੇ ਵੱਲ ਵੇਖਣਾ ਕੀਤਾ ਹੈ। ਤਪਤ ਕਰਨ ਕੀ ਆਇਸ ਦਈ। ਤੇ ਰੇਤਾ ਜਦੋਂ ਕੋਲੇ ਆ ਗਈ, ਸਿਪਾਹੀਆਂ ਨੂੰ ਹੁਕਮ ਕੀਤਾ ਹੈ ਵੀ ਇਸ ਰੇਤਾ ਨੂੰ ਚੰਗੀ ਤਰ੍ਹਾਂ ਤੱਤਾ ਕਰਨਾ ਕਰੋ। ਬਹੁ ਸਮਦਾ ਉਪਰ ਤਿਸ ਪਈ। ਉਸ ਵੇਲੇ ਸਿਪਾਹੀਆਂ ਨੇ ਜਲਦੀ ਦੇ ਨਾਲ ਇੱਕ ਕੜਾਏ ਦੇ ਵਿੱਚ ਰੇਤਾ ਨੂੰ ਪਾ ਕਰਕੇ ਥੱਲੇ ਬਾਲਣ ਲਾ ਕੇ ਬੜੀ ਹੀ ਤੇਜ਼ ਅੱਗ ਬਾਲੀ ਹੈ। ਦੇ ਆਂਚ ਤਪਤ ਕਰਵਾਇਓ। ਤੇ ਬੜੀਆਂ ਹੀ ਲੱਕੜਾਂ ਨੂੰ ਪਾ ਕੇ ਉਸ ਅੱਗ ਨੂੰ ਤੇਜ਼ ਕਰਦੇ ਨੇ। ਅਗਨ ਸਮਾਨ ਤੇਜ ਪ੍ਰਗਟਾਇਓ। ਤੇ ਅੱਗ ਦੇ ਸਮਾਨ ਜਿਹੜੀ ਤੇਜ਼ ਹੈ ਉਸ ਰੇਤਾ ਨੂੰ ਕਰਨਾ ਕੀਤਾ ਹੈ। ਅੱਗ ਜਿੰਨਾ ਤੱਤਾ ਉਸ ਰੇਤਾ ਨੂੰ ਕਰਨਾ ਕੀਤਾ ਹੈ। ਇੱਕ ਚੇਤਸ ਜੇਠਸ ਕੀਰਤ ਅਤ ਕਾਮ। ਕਵੀ ਜੀ ਕਹਿੰਦੇ ਇੱਕ ਪਾਸੇ ਰੇਤਾ ਤੱਤੀ ਏ ਤੇ ਦੂਸਰੇ ਪਾਸੇ ਜੇਠ ਦਾ ਮਹੀਨਾ ਬੜਾ ਹੀ ਤਪ ਰਿਹਾ ਹੈ। ਮਹਾ ਤਪ ਤੇ ਤਪਹਿਤ ਮਾਮ। ਤੇ ਬੜੇ ਹੀ ਤੇਜ ਦੇ ਨਾਲ, ਤਾਪ ਦੇ ਨਾਲ, ਗਰਮੀ ਦੇ ਨਾਲ ਸਾਰੇ ਪਾਸੇ ਸਭ ਕੁਝ ਤਪ ਰਿਹਾ ਹੈ। ਲੋਆਂ ਚੱਲ ਹੈ ਸਹੀ ਨਹਿ ਜਾਹੇ। ਸਾਰੇ ਪਾਸੇ ਜੇਠ ਦੇ ਮਹੀਨੇ ਦੇ ਵਿੱਚ ਇੰਨੀ ਤੇਜ਼ ਤੱਤੀਆਂ ਲੋਆਂ ਵਗਦੀਆਂ ਨੇ, ਕਿਸੇ ਦੇ ਕੋਲੋਂ ਝੱਲੀਆਂ ਨਹੀਂ ਜਾ ਰਹੀਆਂ। ਕੋਨ ਪਾਵਕ ਕੋ ਭਾਵ ਦਾਹੀ। ਤੇ ਫਿਰ ਵੀ ਇਹ ਚੰਦੂ ਪਾਪੀ ਰੇਤ ਨੂੰ ਇੰਨਾ ਤੱਤਾ ਕਰ ਰਿਹਾ ਹੈ ਵੀ ਉਹਦੇ ਅੱਗੇ ਜਿਹੜਾ ਜੇਠ ਦੇ ਮਹੀਨੇ ਦੀ ਗਰਮੀ ਵੀ ਘੱਟ ਪੈ ਰਹੀ ਹੈ। ਇੰਨੀ ਤੇਜ਼ ਜਿਹੜੀ ਹੈ ਉਸ ਰੇਤ ਨੂੰ ਤੱਤਾ ਗਰਮ ਕੀਤਾ ਹੈ। ਜਿਸ ਦਿਨ ਤੇ ਪ੍ਰਵਿਸ਼ੇ ਗੁਣ ਖਾਨੀ। ਤੇ ਜਿਸ ਦਿਨ ਤੋਂ ਗੁਣਾਂ ਦੀ ਖਾਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਚੰਦੂ ਦੇ ਘਰ ਵਿੱਚ ਆਏ ਨੇ। ਅਜਿਓ ਨਾ ਭੋਜਨ ਪਿਓ ਨਾ ਪਾਣੀ। ਤੇ ਨਾ ਹੀ ਗੁਰੂ ਸਾਹਿਬ ਜੀਆਂ ਨੇ ਕੋਈ ਪ੍ਰਸ਼ਾਦਾ ਛਕਿਆ ਏ, ਨਾ ਹੀ ਜਲ ਛਕਿਆ ਹੈ। ਉੱਪਰੋਂ ਜੋ ਜੇਠ ਦਾ ਮਹੀਨਾ ਤੇ ਇੰਨੀ ਤਪਤ ਤੇਜ਼ ਗਰਮੀ ਪੈ ਰਹੀ ਹੈ। ਸਿਕਤਾ ਤਪਤ ਬਿਲੋਕਤ ਬੋਲਾ। ਉਸ ਵੇਲੇ ਜਦੋਂ ਚੰਦੂ ਨੇ ਵੇਖਿਆ ਵੀ ਰੇਤ ਪੂਰੀ ਤਪ ਗਈ ਹੈ, ਗਰਮ ਹੋ ਗਈ ਹੈ। ਮਨੋ ਨਰਕ ਦਰ ਢਾਂਪਨ ਖੋਲਾ। ਉਸ ਵੇਲੇ ਕਵੀ ਜੀ ਕਹਿੰਦੇ ਮੰਨਣਾ ਕਰੋ, ਇਹ ਚੰਦੂ ਨੇ ਰੇਤਾ ਗਰਮ ਨਹੀਂ ਕੀਤੀ, ਇਹਨੇ ਆਪਣੇ ਲਈ ਨਰਕਾਂ ਦਾ ਜਿਹੜਾ ਬੂਹਾ ਹੈ ਉਸ ਨੂੰ ਖੋਲਣਾ ਕੀਤਾ ਏ। ਆਵੋ ਵਹਿਰ ਦਿਖਾਏ ਬਿਠਾਵੋ। ਉਸ ਵੇਲੇ ਚੰਦੂ ਨੇ ਹੁਕਮ ਕੀਤਾ, ਸਿਪਾਹੀਓ ਜਾ ਕਰਕੇ ਸਿੱਖਾਂ ਦਾ ਪੀਰ ਗੁਰੂ ਅਰਜਨ ਬਾਹਰ ਲਿਆ ਕਰਕੇ ਬਿਠਾਉਣਾ ਕਰੋ। ਨਹਿ ਜੀ ਕਰੈ ਤਰਾਸ ਉਪਜਾਵਹੁ। ਤੇ ਜੇ ਹਿਰਦੇ ਵਿੱਚ ਕੋਈ ਡਰ ਲਿਆਵੇ, ਇਸ ਨੂੰ ਚੁੱਕ ਕਰਕੇ ਇੱਥੇ ਲਿਆਉਣਾ ਕਰੋ
ਤੇ ਇਸ ਰੇਤ ਦੇ ਕੜਾਏ ਦੇ ਵਿੱਚ ਬਿਠਾਉਣਾ ਕਰੋ। ਤਬ ਸਤਿਗੁਰ ਉਠ ਬਾਹਰ ਆਈ। ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ, ਸਿਪਾਹੀਓ ਤੁਹਾਨੂੰ ਉਠਾਉਣ ਦੀ ਲੋੜ ਨਹੀਂ, ਮੈਂ ਆਪ ਹੀ ਉੱਠ ਕਰਕੇ ਇਸ ਰੇਤ ਦੇ ਕੜਾਏ ਵਿੱਚ ਬਹਿਣਾ ਕਰਾਂਗਾ। ਧਰਨੀ ਧਰਨੀ ਧੀਰ ਸਿਖਾਏ। ਕਵੀ ਜੀ ਕਹਿੰਦੇ, ਵੇਖੋ ਜਿਗਰਾ ਗੁਰੂ ਅਰਜਨ ਪਾਤਸ਼ਾਹ ਦਾ, ਜਿਨ੍ਹਾਂ ਨੇ ਇਸ ਧਰਤੀ ਨੂੰ ਵੀ ਧੀਰਜ ਰੱਖਣਾ ਸਿਖਾਇਆ ਏ, ਉਹ ਅੱਜ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਜਿਹੜੇ ਧੀਰਜ ਧਾਰੀ ਨੇ। ਇੰਨਾ ਮਨ ਵਿੱਚ ਧੀਰਜ, ਅੱਗੇ ਰੇਤ ਬਲਦੀ ਏ, ਜੇਠ ਦਾ ਮਹੀਨਾ ਏ, ਮਾੜੇ ਜਿਗਰੇ ਵਾਲਾ ਬੰਦਾ ਡੋਲ ਜਾਵੇ, ਭਾਵੇਂ ਜਿੱਡਾ ਮਰਜ਼ੀ ਤਗੜਾ ਹੋਵੇ, ਜਿੰਨੇ ਮਰਜ਼ੀ ਕਸ਼ਟ ਸਹਿ ਲਵੇ, ਪਰ ਤਪਦੀ ਹੋਈ ਤੇਜ਼ ਜਿਹੜੀ ਰੇਤ ਨੂੰ ਵੇਖ ਕਰਕੇ ਤਾਂ ਬੰਦਾ ਦੂਰੋਂ ਭੱਜ ਜਾਂਦਾ ਹੈ। ਪਰ ਮਹਾਨ ਹੈ ਗੁਰੂ ਅਰਜਨ, ਤਪਦੀ ਹੋਈ ਰੇਤਾ ਵੇਖ ਕਰਕੇ ਵੀ ਆਪ ਜਾ ਕਰਕੇ ਉਸ ਰੇਤਾ ਦੇ ਕੜਾਏ ਵਿੱਚ ਬਹਿਣ ਲੱਗੇ ਨੇ। ਹਰਿ ਸ਼ੋਕ ਕੋ ਲੇਸ ਨ ਹਿਰਦੇ। ਤੇ ਹਿਰਦੇ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀਆਂ ਨੇ ਕੋਈ ਵੀ ਡਰ ਜਾਂ ਫਿਰ ਕੋਈ ਵੀ ਕਿਸੇ ਤਰੀਕੇ ਦੀ ਗੱਲ ਨਹੀਂ ਲਿਆਉਣਾ ਕੀਤੀ। ਤਨ ਹੰਤਾ ਉਤਪਤ ਨਹਿ ਕਦੀ। ਮਨ ਦੇ ਵਿੱਚ ਕੋਈ ਵੀ ਜੰਮਣ ਮਰਨ ਦਾ ਕੋਈ ਖਿਆਲ ਨਹੀਂ ਲਿਆਉਣਾ ਕੀਤਾ। ਰਸ ਅਵਸਥਾ ਹੋਈ ਬ੍ਰਹਮ ਗਿਆਨੀ। ਕਵੀ ਜੀ ਕਹਿੰਦੇ, ਇਹ ਜਿਹੜੀ ਅਵਸਥਾ ਹੈ ਇਹ ਤਾਂ ਬ੍ਰਹਮ ਗਿਆਨੀਆਂ ਦੀ ਅਵਸਥਾ ਹੈ, ਜਿਹਦੇ ਅੰਦਰ ਬ੍ਰਹਮ ਦਾ ਗਿਆਨ ਹੋਵੇ। ਇੱਧਰ ਤਾਂ ਹਰੀ ਪਰਮਾਤਮਾ ਗੁਰੂ ਅਰਜਨ ਆਪ ਹੀ ਬ੍ਰਹਮ ਹੈ, ਉਹ ਜਾ ਕਰਕੇ ਦੇਗ ਵਿੱਚ ਬਹਿਣ ਲੱਗੇ ਨੇ। ਜਗ ਮਹਿ ਜਾਨ ਜਨਾਏ ਵਿਦਮਾਨੀ। ਤੇ ਕਿਸੇ ਵੀ ਤਰੀਕੇ ਨਾਲ ਕੁਝ ਵੀ ਗੁਰੂ ਅਰਜਨ ਪਾਤਸ਼ਾਹ ਨੇ ਕਰਾਮਾਤ ਜਿਹੜੀ ਹੈ ਦਿਖਾਉਣਾ ਨਹੀਂ ਕੀਤੀ। ਭੂਖ ਨਾ ਪਿਆਸ ਨਾ ਮੁਖ ਮੁਰਝਾਇਆ। ਕਵੀ ਜੀ ਕਹਿਣ ਲੱਗੇ, ਵੇਖੋ ਕਿੰਨੇ ਦਿਨ ਬੀਤ ਗਏ, ਨਾ ਪ੍ਰਸ਼ਾਦਾ ਨਾ ਪਾਣੀ ਛਕਿਆ ਏ, ਪਰ ਫਿਰ ਵੀ ਭੁੱਖ ਵੀ ਭਾਵੇਂ ਲੱਗ ਜਾਵੇ ਬੰਦੇ ਨੂੰ, ਪਰ ਗੁਰੂ ਅਰਜਨ ਪਾਤਸ਼ਾਹ ਨੂੰ ਕਿਸੇ ਪ੍ਰਕਾਰ ਦੀ ਭੁੱਖ ਨਹੀਂ, ਤੇ ਨਾ ਹੀ ਉਹਨਾਂ ਦਾ ਮੁਖ ਮੁਰਝਾਇਆ ਏ। ਮੁਖ ਦੇ ਉੱਪਰ ਲਾਲੀਆਂ ਨੇ, ਤੇ ਗੁਰੂ ਅਰਜਨ ਪਾਤਸ਼ਾਹ ਜੀ ਉਸ ਕੜਾਏ ਦੇ ਵਿੱਚ ਵੀ ਬਹਿਣ ਦੇ ਲਈ ਚਾਲਾਂ ਮਾਰਦੇ ਨੇ। ਮਨ ਕੀ ਬ੍ਰਿਤ ਇਕ ਰਸ ਸੁਖ ਪਾਇਆ। ਤੇ ਉਹਨਾਂ ਦੇ ਮਨ ਦੀ ਜਿਹੜੀ ਬਿਰਤੀ ਹੈ ਉਹ ਇੱਕ ਰਸ ਹੋਈ ਪਈ ਹੈ। ਜਹਸ ਕਠੋਰ ਚੰਦ ਕੁਲ ਘਾਤੀ। ਉਸ ਵੇਲੇ ਚੰਦੂ ਜਿਹੜਾ ਕੁਲ ਦਾ ਘਾਤੀ ਹੈ, ਉਹ ਆਪਣੇ ਮੁਖ ਦੇ ਵਿੱਚੋਂ ਕਠੋਰ ਬਚਨ ਕਹਿੰਦਾ ਏ। ਕੀਨਸ ਛਾਤੀ ਮੁਝ ਤਾਤੀ। ਚੰਦੂ ਕਹਿਣ ਲੱਗਾ, ਇਹਨਾਂ ਨੇ ਮੇਰੀ ਛਾਤੀ ਨੂੰ ਬੜਾ ਹੀ ਤਪਾਉਣਾ ਕੀਤਾ ਏ। ਜਿਮ ਆਪ ਤਪਾਵਹੁ ਉਤਪਾਤੀ। ਉਸੇ ਤਰੀਕੇ ਦੇ ਨਾਲ ਹੀ ਇਸ ਗੁਰੂ ਅਰਜਨ ਨੂੰ ਮੈਂ ਤਪਦੇ ਹੋਏ ਇਸ ਰੇਤੇ ਦੇ ਵਿੱਚ ਬਿਠਾ ਕਰਕੇ ਤਪਾਉਣਾ ਕਰਾਂਗਾ। ਇਸ ਦੇ ਪਰੇ ਨਾ ਆਪਰ ਅਰਾਤੀ। ਤੇ ਇਸ ਦੇ ਨਾਲ ਹੋਰ ਵੀ ਕੋਈ ਰਾਤੀ ਦੁਸ਼ਮਣ ਨਹੀਂ ਆਉਣਗੇ। ਇਹ ਮੇਰਾ ਜਿਹੜਾ ਦੁਸ਼ਮਣ ਗੁਰੂ ਅਰਜਨ ਹੀ ਹੈ, ਤੇ ਇਹਦੇ ਕੋਲੋਂ ਮੈਂ ਬਦਲਾ ਲੈ ਲਵਾਂਗਾ। ਧਰੀ ਮੌਨ ਅਬ ਆਏ ਨ ਬਾਨੀ। ਕਹਿਣ ਲੱਗਾ, ਹੁਣ ਪਹਿਲਾਂ ਤਾਂ ਬੜੀਆਂ ਗੱਲਾਂ ਕਰਦੇ ਸੀ, ਹੁਣ ਤੁਹਾਡੇ ਮੁਖ ਦੇ ਵਿੱਚੋਂ ਕੋਈ ਵੀ ਬੋਲ ਨਹੀਂ ਨਿਕਲ ਰਿਹਾ। ਬਹਿਨਤ ਬੋਲਤ ਬਾਨ ਬ੍ਰਹਮ ਗਿਆਨੀ। ਹੁਣ ਤੁਹਾਡੇ ਮੁਖ ਦੇ ਵਿੱਚੋਂ ਕੋਈ ਬੋਲ ਨਹੀਂ ਨਿਕਲ ਰਿਹਾ, ਬ੍ਰਹਮ ਗਿਆਨੀ ਬਣ ਕਰਕੇ ਚੁੱਪ ਹੋਏ ਹੋ। ਕੂਕਰ ਕਹਿਓ ਕਲੰਕਤ ਕੀਓ। ਚੰਦੂ ਕਹਿਣ ਲੱਗਾ, ਹੇ ਗੁਰੂ ਅਰਜਨ, ਤੂੰ ਮੈਨੂੰ ਕੂਕਰ ਕਿਹਾ ਸੀ, ਕੁੱਤਾ ਕਿਹਾ ਸੀ, ਤੇ ਕੂਕਰ ਕਹਿ ਕੇ ਮੈਨੂੰ ਕਲੰਕਿਤ ਕੀਤਾ ਸੀ। ਆਪ ਤਾਪਹੁ ਜਿਮ ਤਾਪ ਮਮ ਹੀਓ। ਹੁਣ ਉਸੇ ਤਰੀਕੇ ਦੇ ਨਾਲ ਹੀ ਇਸ ਤਾਪ ਨੂੰ ਝੱਲਣਾ ਕਰੋ, ਜਿਸ ਤਰੀਕੇ ਦੇ ਨਾਲ ਮੈਂ ਵੀ ਤਪਦਾ ਰਿਹਾ ਹਾਂ। ਸਿਕਤਾ ਤਪਤ ਅਰੁਡਨ ਲਾਗੇ। ਕਵੀ ਜੀ ਕਹਿੰਦੇ, ਰੇਤ ਤਪਦੀ ਪਈ ਏ, ਤੇ ਗੁਰੂ ਅਰਜਨ ਪਾਤਸ਼ਾਹ ਜੀ ਉਸ ਰੇਤ ਦੇ ਉੱਪਰ ਚੜਨ ਲੱਗੇ ਨੇ। ਬੋਲੇ ਸੁਨੀਆ ਹੈ ਮੂਡ ਕੋ ਭਾਗੀ। ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਜੀ ਕਹਿਣ ਲੱਗੇ, ਹੇ ਮੂਰਖ ਚੰਦੂ, ਮੇਰੀ ਗੱਲ ਨੂੰ ਸੁਣਨਾ ਕਰ। ਆਪ ਨੂੰ ਭਾਖਿਓ ਨਹੀਂ ਵਿਚਾਰਤ। ਹੇ ਮੂਰਖ ਚੰਦੂ, ਤੂੰ ਆਪਣੇ ਕਰਮ ਨਹੀਂ ਵੇਖਦਾ। ਹੁਣ ਸਾਡੇ ਨਾਲ ਇੰਨੇ ਧੱਕੇ ਕਰ ਰਿਹਾ ਹੈ, ਤੂੰ ਆਪਣੇ ਕਰਮਾਂ ਦੇ ਵੱਲ ਝਾਤੀ ਮਾਰਨੀ ਕਰ। ਕੂਕਰ ਹੋਇਆ ਕਿਰਾੜ ਝੱਖ ਮਾਰਤ। ਤੂੰ ਸੱਚੀ ਦੇ ਵਿੱਚ ਕੁੱਤਾ ਬਣ ਕੇ ਆਪਣੇ ਮੁਖ ਦੇ ਵਿੱਚੋਂ ਹੰਕਾਰ ਦੀ ਲਾਲਚ ਦੀ ਜਿਹੜੀ ਝੱਗ ਹੈ ਉਹ ਸੁੱਟ ਰਿਹਾ ਹੈ। ਸਗਲ ਬੰਸ ਕੀ ਜਰਾ ਉਖਾਰ ਹੈ। ਤੂੰ ਕੇਵਲ ਆਪਣਾ ਨਹੀਂ ਘਾਤ ਕਰਵਾ ਰਿਹਾ,
ਤੂੰ ਆਪਣੀ ਸਾਰੀ ਵੰਸ਼ ਦਾ ਘਾਤ ਕਰਵਾ ਰਿਹਾ ਹੈ। ਆਪਣੇ ਪਾਰ ਅਪਦਾ ਬਹੁ ਡਰ ਹੈ। ਤੂੰ ਮੇਰੇ ਉੱਪਰ ਰੇਤ ਨਹੀਂ ਪਾਵੇਂਗਾ, ਇਹ ਤੇਰੇ ਉੱਪਰ ਦੁੱਖ ਆਉਣੇ ਸ਼ੁਰੂ ਹੋਣ ਲੱਗੇ ਨੇ। ਦੋਜਕ ਦੀਰਘ ਦੁਖਦ ਸਹੇਰਾ। ਹੁਣ ਤੇਰੇ ਉੱਪਰ ਬੜੇ ਹੀ ਵੱਡੇ ਦੁੱਖ ਆਉਣਗੇ, ਕਸ਼ਟ ਆਉਣਾ ਕਰਨਗੇ। ਮਾਰ ਕਮਾਉਤ ਤੂਰਨ ਫਲ ਹੀਰਾ। ਸਾਨੂੰ ਮਾਰ ਕਰਕੇ ਸਾਡੀ ਮੌਤ ਦਾ ਜਿਹੜਾ ਫਲ ਹੈ, ਦੁੱਖ ਹਨ, ਤੇਰੇ ਉੱਪਰ ਬੜੀ ਛੇਤੀ ਆਉਣਗੇ। ਹਮ ਤੋਂ ਤਿਆਗਨ ਹੈ ਸਰੀਰ। ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ, ਚੰਦੂ ਇਹ ਜਿਹੜਾ ਸਰੀਰ ਹੈ ਬੰਦੇ ਨੇ ਇੱਕ ਨਾ ਇੱਕ ਦਿਨ ਛੱਡ ਜਾਣਾ ਹੈ। ਸਰੀਰ ਦਾ ਕਾਹਦਾ ਮਾਣ ਹੈ, ਇਹ ਤਾਂ ਮਿੱਟੀ ਦਾ ਪੁਤਲਾ ਹੈ, ਕੋਈ ਪਤਾ ਨਹੀਂ ਕਿਹੜੇ ਵੇਲੇ ਮਿੱਟੀ ਦੇ ਵਿੱਚ ਮਿਲ ਜਾਣਾ। ਅਸੀਂ ਤਾਂ ਆਪਣਾ ਸਰੀਰ ਤਿਆਗ ਦੇਵਾਂਗੇ। ਸਮਾਨ ਪਹੁੰਚਵਾਤ ਤੀਰ। ਹੁਣ ਸਾਡਾ ਸਰੀਰ ਛੱਡਣ ਦਾ ਸਮਾਂ ਜਿਹੜਾ ਹੈ ਉਹ ਛੇਤੀ ਦੇ ਨਾਲ ਨੇੜੇ ਆ ਰਿਹਾ ਹੈ। ਏਮ ਬੋਲਤ ਅਰੁਡਨ ਕਰੇ। ਕਵੀ ਜੀ ਕਹਿੰਦੇ ਇਸ ਤਰੀਕੇ ਨਾਲ ਕਹਿ ਕੇ ਸ਼ਹੀਦਾਂ ਦੇ ਸਰਤਾਜ ਸ਼ਹੀਦੀ ਦਾ ਨਵਾਂ ਇਤਿਹਾਸ ਰਚਣ ਲੱਗੇ ਨੇ। ਇੱਦਾਂ ਕਹਿ ਕੇ ਗੁਰੂ ਅਰਜਨ ਪਾਤਸ਼ਾਹ ਜੀ ਉਸ ਤਪਦੀ ਹੋਈ ਰੇਤ ਦੇ ਉੱਪਰ ਚੜ੍ਹਨਾ ਕੀਤਾ ਏ। ਰੇਤ ਹੁਤਾਸਨ ਸਾਂਭਰ ਖਰੀ। ਤੇ ਜਿਹੜੀ ਰੇਤ ਹੈ ਬੜੀ ਹੀ ਤਪਤ ਹੋਈ ਪਈ ਹੈ, ਅੱਗ ਦੇ ਸਮਾਨ ਤੇਜ ਤਪ ਦੇ ਵਿੱਚ ਹੈ। ਸਿੱਖ ਲੰਗਾਹੋ ਤੇਰਾ ਨਾ ਦਾਨ। ਉਸ ਵੇਲੇ ਜਦੋਂ ਜਾਣ ਤੋਂ ਪਿਆਰੇ ਸਿੱਖਾਂ ਨੇ ਵੇਖਿਆ, ਉਸ ਵੇਲੇ ਉਹਨਾਂ ਦੇ ਵਿੱਚ ਭਾਈ ਲੰਗਾਹ ਜੀ ਤੇ ਭਾਈ ਪਿਰਾਣਾ ਜੀ ਵੇਖ ਕਰਕੇ ਬੜੇ ਹੀ ਜੋਸ਼ ਦੇ ਵਿੱਚ ਆਏ ਨੇ। ਇੱਕ ਵਾਰੀ ਦੌਰੇ ਮਨ ਪਾਵਨ। ਤੇ ਇੱਕ ਵਾਰੀ ਦੋਵੇਂ ਸਿੱਖ ਬੜੀ ਹੀ ਛੇਤੀ ਦੇ ਨਾਲ ਗੁਰੂ ਅਰਜਨ ਪਾਤਸ਼ਾਹ ਵੱਲ ਨੂੰ ਦੌੜੇ ਨੇ। ਤਪਤ ਰੇਤ ਪਰ ਹਾਮ ਤਨ ਪਰੀ। ਉਸ ਵੇਲੇ ਕਹਿਣ ਲੱਗੇ, ਸੱਚੇ ਪਾਤਸ਼ਾਹ ਜੀ ਤੁਸੀਂ ਇਸ ਰੇਤ ਦੇ ਉੱਪਰ ਨਾ ਚੜੋ, ਅਸੀਂ ਆਪਣਾ ਸਰੀਰ ਤੁਹਾਡੇ ਤੋਂ ਪਹਿਲਾਂ ਇਸ ਰੇਤ ਦੇ ਉੱਪਰ ਰੱਖਣਾ ਚਾਹੁੰਦੇ ਹਾਂ। ਸੁਖ ਸੋ ਹੋਏ ਗੁਰ ਉਪਰ ਖਰੀ। ਇਹ ਸੱਚੇ ਪਾਤਸ਼ਾਹ ਜੀ ਤੁਹਾਡੇ ਤੋਂ ਪਹਿਲਾਂ ਅਸੀਂ ਆਪਣੇ ਸਾਹਾਂ ਦਾ ਘਾਤ ਕਰਵਾ ਲਵਾਂਗੇ, ਤੁਹਾਡੇ ਉੱਪਰ ਖੜੇ ਹੋ ਜਾਵਾਂਗੇ। ਇਨ ਕਾਰਨ ਨਿਕਸਾ ਜੀ ਪ੍ਰਾਨ। ਸੱਚੇ ਪਾਤਸ਼ਾਹ ਜੀ ਜਿਹਦੇ ਕਰਕੇ ਸਾਡੇ ਸਰੀਰ ਦੇ ਵਿੱਚੋਂ ਪ੍ਰਾਣ ਚਲੇ ਜਾਣਗੇ, ਤੋ ਹਮ ਹੋਵਹਿ ਧਨ ਮਹਾਨ। ਅਸੀਂ ਬੜੇ ਹੀ ਮਹਾਨ ਹੋ ਜਾਵਾਂਗੇ। ਸੱਚੇ ਪਾਤਸ਼ਾਹ ਜੇ ਗੁਰੂ ਦੇ ਲਈ ਚੇਲਾ ਆਪਣੀ ਜਾਨ ਦੇ ਦੇਵੇ, ਸੱਚੇ ਪਾਤਸ਼ਾਹ ਚੇਲੇ ਦੇ ਲਈ ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਏ। ਸੱਚੇ ਪਾਤਸ਼ਾਹ ਤੁਸੀਂ ਹੁਕਮ ਕਰੋ, ਤੁਹਾਡੀ ਖਾਤਰ ਅਸੀਂ ਆਪਣਾ ਸਰੀਰ ਦੇ ਦੇਵਾਂਗੇ। ਇਹ ਇਨ ਕੋ ਦੁਖ ਦੇਖਨ ਕਰੈ। ਸੱਚੇ ਪਾਤਸ਼ਾਹ ਜੀ ਸਾਡੇ ਸਾਹ ਨਿਕਲ ਜਾਣਗੇ, ਸਰੀਰ ਵਿੱਚੋਂ ਜਾਨ ਨਿਕਲ ਜਾਵੇਗੀ, ਅਸੀਂ ਤੁਹਾਨੂੰ ਐਡਾ ਦੁਖੀ ਨਹੀਂ ਦੇਖ ਸਕਦੇ। ਜੇ ਜਾਨ ਹੀ ਨਿਕਲ ਗਈ ਫਿਰ ਤੁਹਾਡੇ ਦੁੱਖਾਂ ਨੂੰ ਕਿਵੇਂ ਦੇਖਾਂਗੇ। ਅੱਛੀ ਬਾਤ ਦੇਹ ਪਰ ਹਰੈ। ਸੱਚੇ ਪਾਤਸ਼ਾਹ ਜੀ ਹੁਣ ਇਹੀ ਗੱਲ ਚੰਗੀ ਏ ਕਿ ਅਸੀਂ ਆਪਣੇ ਸਵਾਸਾਂ ਨੂੰ ਨਾਸ਼ ਕਰ ਦਈਏ। ਹੀਰਤ ਚੰਦ ਸਿਪਾਹੀ ਪ੍ਰੇਰੇ। ਉਸ ਵੇਲੇ ਉਸ ਚੰਦੂ ਪਾਪੀ ਨੇ ਵੇਖ ਕਰਕੇ ਆਪਣੇ ਸਿਪਾਹੀਆਂ ਨੂੰ ਸਿੱਖਾਂ ਦੇ ਵੱਲ ਪ੍ਰੇਰ ਕਰਕੇ ਭੇਜਣਾ ਕੀਤਾ ਏ। ਲਏ ਲਸ਼ਟਕਾ ਧਾਇਕ ਨੇਰੇ। ਤੇ ਸਿਪਾਹੀਆਂ ਨੇ ਜਾ ਕਰਕੇ ਇੱਕ ਸੋਟੇ ਦੇ ਨਾਲ ਉਹਨਾਂ ਸਿੱਖਾਂ ਨੂੰ ਮਾਰਨਾ ਕੀਤਾ ਹੈ। ਹਾਥਨ ਪਰ ਪੈਰਨ ਪਰ ਮਾਰ। ਕੋਈ ਹੱਥਾਂ ਦੇ ਉੱਪਰ ਡਾਂਗ ਮਾਰ ਰਿਹਾ ਏ ਤੇ ਕੋਈ ਸਿਪਾਹੀ ਇਹਨਾਂ ਸਿੱਖਾਂ ਦੇ ਪੈਰਾਂ ਦੇ ਉੱਪਰ ਮਾਰ ਰਿਹਾ ਹੈ। ਯਹ ਕਰ ਮੋਰੇ ਬਹੁ ਬਲ ਧਾਰ। ਤੇ ਬੜੇ ਹੀ ਜ਼ੋਰ ਦੇ ਨਾਲ ਇਹਨਾਂ ਸਿੱਖਾਂ ਨੂੰ ਸਿਪਾਹੀਆਂ ਨੇ ਵਾਪਸ ਮੋੜਨਾ ਕੀਤਾ ਸ੍ਰੀ ਏ। ਗੁਰ ਕਰਹਿ ਬਜਰਨਾ ਬਰਜਨਾ ਕਨੇ। ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਆਪਣੇ ਜਾਣ ਤੋਂ ਪਿਆਰੇ ਸਿੱਖਾਂ ਨੂੰ ਵਰਜਨਾ ਕਰਦੇ ਨੇ। ਜਿਉ ਤੁਮ ਆਵਤ ਹੋ ਰਿਸ ਮਨੇ। ਸੱਚੇ ਪਾਤਸ਼ਾਹ ਕਹਿਣ ਲੱਗੇ, ਸਿੱਖੋ ਸਾਡੇ ਉੱਪਰ ਜੋ ਕੁਝ ਵੀ ਹੋ ਰਿਹਾ ਏ ਇਹਨੂੰ ਵੇਖ ਕਰਕੇ ਤੁਸੀਂ ਗੁੱਸੇ ਦੇ ਵਿੱਚ ਕਿਉਂ ਆ ਰਹੇ ਹੋ। ਬੈਠੇ ਰਹੋ ਖਾਤ ਕਿਉ ਮਾਰ। ਇਹ ਪਿਆਰੇ ਸਿੱਖੋ ਜਿੱਥੇ ਵੀ ਬੈਠੇ ਹੋ ਬੈਠੇ ਰਹੋ, ਸਾਡੀ ਖਾਤਰ ਇੰਨੀਆਂ ਮਾਰਾਂ ਨਾ ਖਾਣੀਆਂ ਕਰੋ। ਇਹ ਸਭ ਹੁਆ ਹਮਰੇ ਅਨੁਸਾਰ। ਇਹ ਜੋ ਵੀ ਕੁਝ ਹੋ ਰਿਹਾ ਏ ਇਹ ਨਾ ਜਾਣਨਾ ਕਰੋ ਚੰਦੂ ਕਰ ਰਿਹਾ ਏ, ਇਹ ਚੰਦੂ ਦੀਆਂ ਜੜ੍ਹਾਂ ਪੁੱਟੀਆਂ ਜਾ ਰਹੀਆਂ ਨੇ। ਜੋ ਵੀ ਕੁਝ ਹੋ ਰਿਹਾ ਏ ਇਹ ਸਾਡੇ ਅਨੁਸਾਰ ਹੀ ਹੋ ਰਿਹਾ ਹੈ। ਇਹ ਪਿਰਾਣਾ ਰਹਿਓ ਨਾ ਜਾਈ। ਭਾਈ ਪਿਰਾਣਾ ਜੀ ਕਹਿਣ ਲੱਗੇ, ਸੱਚੇ ਪਾਤਸ਼ਾਹ ਅਸੀਂ ਤਾਂ ਗਰੀਬ ਸਾਂ,
ਸਾਨੂੰ ਤਾਂ ਸੱਚੇ ਪਾਤਸ਼ਾਹ ਜੀ ਕੁਝ ਆਉਂਦਾ ਨਹੀਂ ਸੀ, ਕੋਈ ਪੁੱਛਦਾ ਨਹੀਂ। ਜਦੋਂ ਦਾ ਗੁਰੂ ਅਰਜਨ ਪਾਤਸ਼ਾਹ ਤੇਰੇ ਦਰ ਦੇ ਉੱਪਰ ਝਾੜੂ ਲਾਉਣਾ ਸ਼ੁਰੂ ਕੀਤਾ ਨਾ, ਸੱਚੇ ਪਾਤਸ਼ਾਹ ਜੀ ਬਾਦਸ਼ਾਹੀਆਂ ਮਿਲ ਗਈਆਂ ਨੇ, ਜਿਹਦੇ ਕਰਕੇ ਬਾਦਸ਼ਾਹੀਆਂ ਮਿਲੀਆਂ। ਹੁਣ ਸੱਚੇ ਪਾਤਸ਼ਾਹ ਜੇ ਉਹਦੇ ਉੱਪਰ ਕਸ਼ਟ ਆ ਜਾਵੇ ਤਾਂ ਤੁਹਾਡਾ ਸਿੱਖ ਕਿਵੇਂ ਚੁੱਪ ਰਹਿ ਸਕਦਾ ਏ? ਸੱਚੇ ਪਾਤਸ਼ਾਹ ਜੀ ਸਾਡੇ ਕੋਲੋਂ ਜਰਿਆ ਨਹੀਂ ਜਾ ਰਿਹਾ। ਤੁਮਰੋ ਦੁਖ ਨਹਿ ਦੇਖ ਸਕਾਏ। ਇਹ ਸੱਚੇ ਪਾਤਸ਼ਾਹ ਜੀ ਤੁਹਾਡੇ ਉੱਪਰ ਆਇਆ ਹੋਇਆ ਦੁੱਖ ਵੇਖ ਕਰਕੇ ਸਾਡੇ ਕੋਲੋਂ ਜਰਿਆ ਨਹੀਂ ਜਾ ਰਿਹਾ। ਆਪਣੇ ਪ੍ਰਾਨ ਦੇਨ ਅਬਲਾਖਾਂ। ਅਸੀਂ ਆਪਣੇ ਪ੍ਰਾਣਾਂ ਨੂੰ ਦੇਣਾ ਹੀ ਚੰਗਾ ਸਮਝਦੇ ਹਾਂ। ਤੁਸੀਂ ਆਗਿਆ ਦੇਵੋ ਸੱਚੇ ਪਾਤਸ਼ਾਹ, ਅਸੀਂ ਆਪਣੇ ਪ੍ਰਾਣਾਂ ਨੂੰ ਨਾਸ਼ ਕਰ ਦਈਏ। ਰਾਵਰ ਕੇ ਸਰੀਰ ਕੋ ਰਾਖਾਂ। ਆਪਣੇ ਪ੍ਰਾਣਾਂ ਨੂੰ ਦੇ ਕੇ ਸੱਚੇ ਪਾਤਸ਼ਾਹ ਜੀ ਤੁਹਾਡੇ ਸਰੀਰ ਨੂੰ ਰੱਖਣਾ ਕਰੀਏ। ਕਹਿਓ ਗੁਰੂ ਐਨ ਕੀ ਜਹਤਬੈ। ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ, ਸਿੱਖੋ ਜਿਵੇਂ ਤੁਸੀਂ ਚਾਹੁੰਦੇ ਹੋ ਪ੍ਰਾਣਾਂ ਦੇ ਰੋਕਣਾ, ਆਪਣੇ ਪ੍ਰਾਣਾਂ ਦਾ ਨਾਸ਼ ਕਰਨਾ, ਇਸ ਤਰੀਕੇ ਦੇ ਨਾਲ ਉਦੋਂ ਹੀ ਕਰਨਾ ਕਰਿਓ ਹਮਰੀ ਆਇਸ ਹੋਵੇ ਜਬੈ। ਜਦੋਂ ਅਸੀਂ ਤੁਹਾਨੂੰ ਆਗਿਆ ਦੇ ਦੇਵਾਂਗੇ ਉਸ ਵੇਲੇ ਆਪਣੇ ਪ੍ਰਾਣਾਂ ਦਾ ਘਾਤ ਕਰ ਲੇਵੋ। ਅਬ ਹਮਰਾ ਇਹ ਗੁਰ ਖੇਲ ਪਰਾਸ ਪਸਾਰਾ। ਇਹ ਸਿੱਖੋ ਹੁਣ ਇਹ ਜੋ ਕੁਝ ਵੀ ਹੋ ਰਿਹਾ ਏ ਇਹ ਸਾਡਾ ਹੀ ਖੇਲ ਪਸਾਰਾ ਹੈ। ਇਹ ਸਭ ਕੁਝ ਅਸੀਂ ਆਪਣੀ ਮਰਜ਼ੀ ਨਾਲ ਕਰ ਰਹੇ ਹਾਂ। ਬੈਠੇ ਪਿਖੋ ਹੋਏ ਜਿਮ ਸਾਰਾ। ਤੁਸੀਂ ਚੁੱਪ ਕਰਕੇ ਬੈਠ ਕੇ ਇਹ ਸਾਰਾ ਕੁਝ ਵੇਖਣਾ ਕਰੋ ਜਿਸ ਪ੍ਰਕਾਰ ਵੀ ਹੋ ਰਿਹਾ ਹੈ। ਪੁਨਹ ਦੁਸ਼ਟ ਨੇ ਕਹਿ ਬਿਠਵਾਈ। ਫਿਰ ਕਵੀ ਜੀ ਕਹਿੰਦੇ ਦੁਸ਼ਟ ਪਾਪੀ ਵੇਖੋ ਕਿੰਨੇ ਕਸ਼ਟ ਕਰਦਾ ਹੈ। ਸਾਹਮਣੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੀ ਅਜ਼ਮਤ ਨੂੰ ਨਹੀਂ ਜਾਣਦਾ, ਸਿੱਖਾਂ ਦੀ ਤਾਕਤ ਨੂੰ ਵੀ ਨਹੀਂ ਜਾਣਦਾ, ਬੜਾ ਹੀ ਹੰਕਾਰੀ ਹੈ, ਮਾਣ ਦੇ ਵਿੱਚ ਆਇਆ ਏ। ਮਾਣ ਦੇ ਵਿੱਚ ਆ ਕਰਕੇ ਸਿੱਖਾਂ ਨੂੰ ਮਰਵਾਉਣਾ ਕਰਦਾ ਹੈ, ਉਹਨਾਂ ਨੂੰ ਤਾੜਨਾ ਕਰਦਾ ਹੈ। ਕਿਉਂਕਿ ਬੰਦੇ ਦੇ ਅੰਦਰ ਜਦੋਂ ਹੰਕਾਰ ਆ ਜਾਵੇ ਨਾ, ਬੰਦਾ ਤਾਂ ਆਪਣੇ ਘਰਦਿਆਂ ਨੂੰ ਨਹੀਂ ਜਾਣਦਾ, ਇਹ ਤਾਂ ਫਿਰ ਗੁਰੂ ਏ ਜਿਹਦੇ ਨਾਲ ਇੰਨੀ ਦੁਸ਼ਮਣੀ ਕਰਦਾ ਹੈ, ਇੰਨੇ ਭਾਰੇ ਕਸ਼ਟ ਦੇਣਾ ਕਰਦਾ ਹੈ ਜੀ। ਫਿਰ ਸਤਿਗੁਰ ਕੁਛ ਖੇਦ ਨਾ ਪਾਈ। ਉਸ ਵੇਲੇ ਕਵੀ ਜੀ ਕਹਿੰਦੇ ਚੰਦੂ ਇੰਨੇ ਦੁੱਖ ਦੇ ਰਿਹਾ ਏ, ਪਰ ਗੁਰੂ ਅਰਜਨ ਪਾਤਸ਼ਾਹ ਜੀ ਸ਼ਾਂਤ ਨੇ, ਉਸ ਵਾਹਿਗੁਰੂ ਦੀ ਮੌਜ ਦੇ ਵਿੱਚ ਹਨ। ਉਹਦੀ ਮੌਜ ਦੇ ਵਿੱਚ ਆ ਕੇ ਭਾਣਾ ਸਮਝ ਕਰਕੇ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਪਾਤਸ਼ਾਹ ਜੀ ਇੱਕੋ ਜਗ੍ਹਾ ਤੇ ਬਿਰਾਜੇ ਹਨ। ਚੰਦਹ ਲੋਕ ਰਚੇ ਜੇ ਨਾ ਕੀਰੇ। ਉਹ ਗੁਰੂ ਅਰਜਨ ਪਾਤਸ਼ਾਹ ਜੀ ਜਿਨ੍ਹਾਂ ਨੇ 14 ਲੋਕਾਂ ਦੀ ਰਚਨਾ ਕੀਤੀ ਹੈ ਤੇ 14 ਲੋਕਾਂ ਨੂੰ ਰਚ ਕਰਕੇ ਆਪਣੇ ਸਰੀਰ ਤੇ ਨੇ ਕਸ਼ਟ ਝੱਲਦੇ ਹੋਏ ਵੀ ਸਥਿਰ ਹਨ। ਮਨ ਦੇ ਵਿੱਚ ਨਾ ਦੁੱਖ ਹੈ ਨਾ ਸੁੱਖ ਹੈ, ਇੱਕ ਸਾਰ ਹੋ ਕਰਕੇ ਸ਼ਾਂਤ ਬੈਠੇ ਨੇ। ਤੇਜ ਹੁਤਾਸਨ ਹੋਏ ਕਿਮ ਨੇਰੇ। ਉਸ ਗੁਰੂ ਅਰਜਨ ਪਾਤਸ਼ਾਹ ਜੀ ਜਿਨ੍ਹਾਂ ਨੇ 14 ਲੋਕ ਰਚੇ ਨੇ, ਉਹਨਾਂ ਦੇ ਕੋਲੇ ਇੰਨਾ ਤੇਜ ਪ੍ਰਤਾਪ ਕਿਵੇਂ ਆ ਸਕਦਾ ਹੈ? ਇੰਨੀ ਤੇਜ ਅੱਗ ਕਿਵੇਂ ਆ ਸਕਦੀ ਹੈ? ਤਪਤ ਰੇਤ ਪਰ ਨਿਸ਼ਚਲ ਬੈਸੀ। ਇਸ ਤਪਦੀ ਹੋਈ ਰੇਤ ਦੇ ਉੱਪਰ ਵੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਇੱਕ ਸਾਰ ਨਿਹਚਲ ਹੋ ਕਰਕੇ ਬੈਠੇ ਨੇ। ਸੁਖ ਤੇ ਮ੍ਰਿਦ ਆਸਨ ਪਰ ਜੈਸੀ। ਕਵੀ ਜੀ ਕਹਿੰਦੇ ਗੁਰੂ ਅਰਜਨ ਪਾਤਸ਼ਾਹ ਜੀ ਤਪਦੀ ਹੋਈ ਰੇਤਾ ਦੇ ਉੱਪਰ ਐਵੇਂ ਬੈਠੇ ਨੇ ਜਿਵੇਂ ਕੋਈ ਬੰਦਾ ਸੁੱਖਾਂ ਦੇ ਆਸਣ ਦੇ ਉੱਪਰ ਬੈਠਾ ਹੋਵੇ, ਮਖਮਲੀ ਸੇਜਾਂ ਦੇ ਉੱਪਰ ਬੈਠਾ ਹੋਵੇ। ਇੰਨੇ ਸੁੱਖ ਦੇ ਨਾਲ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਇਸ ਤਪਦੀ ਹੋਈ ਰੇਤਾ ਦੇ ਉੱਪਰ ਬੈਠੇ ਹੋਏ ਨੇ। ਏਤ ਉਤ ਅੰਗ ਨਹੀਂ ਡੁਲਿਆਂਤੇ। ਤੇ ਸੱਚੇ ਪਾਤਸ਼ਾਹ ਜੀ ਆਪਣੇ ਅੰਗਾਂ ਨੂੰ, ਲੱਤਾਂ ਬਾਹਾਂ ਨੂੰ ਥੋੜਾ ਜਿੰਨਾ ਵੀ ਹਿਲਾਉਣਾ ਨਹੀਂ ਕਰਦੇ। ਭਏ ਮੌਨ ਕੁਛ ਨਹੀਂ ਕਹੰਤੀ। ਤੇ ਮੁਖ ਦੇ ਵਿੱਚੋਂ ਵੀ ਸਾਹਿਬਾਂ ਜੀ ਮੌਨ ਧਾਰਨ ਕੀਤਾ ਏ, ਮੁਖ ਦੇ ਵਿੱਚੋਂ ਜਰਾ ਜਿੰਨੀ ਵੀ ਸੀ ਨਹੀਂ ਬੋਲੀ। ਕਹਿਓ ਦੁਸ਼ਟ ਗੁਣ ਦਰਸ਼ੀ ਲੈ ਕੀ। ਫਿਰ ਦੁਸ਼ਟ ਪਾਪੀ ਜਿਹੜਾ ਆਪਣੀ ਕੁਲ ਦੀਆਂ ਜੜ੍ਹਾਂ ਨੂੰ ਪੁੱਟਣ ਤੇ ਤੁਲਿਆ ਹੋਇਆ ਏ, ਸਿਪਾਹੀਆਂ ਨੂੰ ਹੁਕਮ ਕਰ ਦਿੱਤਾ ਵੀ ਵੱਡੇ ਕੜਛੇ ਜਿਹੜੇ ਲਿਆਉਣਾ ਕਰੋ। ਤਪਤ ਰੇਤ ਦੇਵ ਉਪਰ ਪੈ ਕੇ। ਇਹ ਜਿਹੜੀ ਤਪਦੀ ਹੋਈ ਰੇਤਾ ਹੈ ਕੜਛਿਆਂ ਦੇ ਵਿੱਚ ਭਰ ਕਰਕੇ ਇਸ ਗੁਰੂ ਅਰਜਨ ਦੇ ਉੱਪਰ ਪਾਉਣਾ ਕਰੋ। ਨਹਿ ਬੋਲਤ ਨਹਿ ਮਾਨਤ ਨਾਤਾ। ਕਹਿਣ ਲੱਗਾ ਨਾ ਤਾਂ ਗੁਰੂ ਅਰਜਨ ਕੁਝ ਬੋਲਦਾ ਏ,
ਤੇ ਨਾ ਹੀ ਮੇਰੀ ਪੁੱਤਰੀ ਦਾ ਨਾਤਾ ਰਿਸ਼ਤਾ ਮੰਨ ਰਿਹਾ ਹੈ। ਇਸਕੇ ਗਾਤ ਲਗਹਿ ਨ ਤਾਤਾ। ਤੇ ਹੁਣ ਇਹਦੇ ਉੱਪਰ ਬੜੇ ਹੀ ਸੰਕਟ ਆਉਣਗੇ, ਦੁੱਖ ਹੋਣਾ ਕਰਨਗੇ। ਭਾਰ ਕਰਛੇ ਤਬ ਉਪਰ ਪਾਏ। ਉਸ ਵੇਲੇ ਸਿਪਾਹੀਆਂ ਨੇ ਉਹ ਰੇਤਾ ਦੇ ਕੜਛਿਆਂ ਨੂੰ ਭਰ ਕਰਕੇ ਗੁਰੂ ਅਰਜਨ ਪਾਤਸ਼ਾਹ ਮਹਾਰਾਜਿਆਂ ਦੇ ਉੱਪਰ ਪਾਉਣਾ ਕੀਤਾ ਏ। ਨਹਿ ਕੁਛ ਕਹਿਓ ਨਾ ਅੰਗ ਡੁਲਾਈ। ਕਵੀ ਜੀ ਕਹਿੰਦੇ ਬੜੇ ਕਸ਼ਟ ਦੇ ਰਿਹਾ ਏ, ਪਰ ਫਿਰ ਵੀ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਜਰਾ ਭਰ ਵੀ ਡੋਲੇ ਨਹੀਂ। ਦੋ ਦਿਸ਼ਤੇ ਤਾਤੋ ਅਤ ਬਾਰੂ। ਦੋਵਾਂ ਦਿਸ਼ਾਂ ਦੇ ਉੱਪਰੋਂ ਇੰਨਾ ਭਾਰੀ ਤਪ ਜਿਹੜਾ ਹੈ, ਇੱਕ ਪਾਸੇ ਰੇਤ ਪੈ ਰਹੀ ਏ ਤਪਦੀ ਹੋਈ, ਦੂਸਰੇ ਪਾਸੇ ਜੇਠ ਦਾ ਮਹੀਨਾ ਇੰਨਾ ਤਪ ਰਿਹਾ ਏ, ਪਰ ਇੰਨੇ ਤਪ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਭਾਨੀ ਦਾ ਲਾਲ ਆਪਣੀ ਮੌਜ ਦੇ ਵਿੱਚ ਬੈਠਾ ਹੋਇਆ ਹੈ। ਹਰ ਸਰੀਰ ਪਰ ਬਹੁ ਦੁਖ ਕਾਰੂ। ਆਪਣੇ ਸਰੀਰ ਦੇ ਉੱਪਰ ਸਾਰੇ ਹੀ ਦੁੱਖਾਂ ਨੂੰ ਝੱਲ ਰਹੇ ਨੇ। ਨਿਜ ਇੱਛਾ ਕਰ ਗਾਤ ਸਮੂਹੇ। ਤੇ ਜੋ ਵੀ ਇਹ ਗਾਥਾ ਹੋ ਰਹੀ ਹੈ, ਜੋ ਵੀ ਕੁਝ ਹੋ ਰਿਹਾ ਏ, ਇਹ ਗੁਰੂ ਅਰਜਨ ਦੇ ਹੁਕਮ ਦੇ ਵਿੱਚ ਹੀ ਹੋ ਰਿਹਾ ਹੈ। ਸਤਿਗੁਰ ਕਾ ਤਬ ਪਰੇ ਫਲੂਹੇ। ਉਸ ਵੇਲੇ ਕਵੀ ਜੀ ਕਹਿੰਦੇ ਜਦੋਂ ਸਾਹਿਬਾਂ ਦੇ ਸਰੀਰ ਉੱਪਰ ਤਪਦੀ ਹੋਈ ਰੇਤਾ ਪਾਈ ਨਾ, ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਸਰੀਰ ਦੇ ਉੱਪਰ ਫਲੂਏ ਨਿਕਲ ਆਏ ਹਨ। ਅਜਮਤ ਨਹਿ ਜਾਣੈ ਦੁਰਚਾਰੀ। ਪਰ ਫਿਰ ਵੀ ਇਹ ਮੂੜ ਮੱਤ ਵਾਲਾ ਚੰਦੂ ਗੁਰੂ ਅਰਜਨ ਪਾਤਸ਼ਾਹ ਜੀਆਂ ਦੀ ਤਾਕਤ ਅਜਮਤ ਨੂੰ ਜਾਣਦਾ ਨਹੀਂ। ਦਿਨ ਬੀਰਾ ਗਾਨ ਕਰੇ ਦਿਖਾਰੀ। ਚੰਦੂ ਫਿਰ ਵੀ ਜਾਣਦਾ ਨਹੀਂ ਕਿ ਗੁਰੂ ਅਰਜਨ ਪਾਤਸ਼ਾਹ ਦੇ ਸਰੀਰ ਦੇ ਉੱਪਰ ਫਲੂਏ ਹੋ ਗਏ ਨੇ, ਪਰ ਮੁਖ ਦੇ ਵਿੱਚੋਂ ਕੋਈ ਬੋਲ ਨਹੀਂ ਬੋਲਿਆ। ਉਸੇ ਤਰੀਕੇ ਦੇ ਨਾਲ ਅਡੋਲ ਹੀ ਬੈਠੇ ਹਨ। ਦੋਏ ਜਾਮ ਲਗ ਬਾਦਾ ਦੀਨਸ। ਤੇ 2 ਜਾਮ ਤੱਕ 2 ਘੜੀਆਂ ਤੱਕ ਗੁਰੂ ਅਰਜਨ ਪਾਤਸ਼ਾਹ ਜੀਆਂ ਨੂੰ ਰੇਤਾ ਦੇ ਉੱਪਰ ਬਿਠਾ ਕਰਕੇ ਉਹਨਾਂ ਦੇ ਸੀਸ ਉੱਪਰ ਰੇਤਾ ਪਾਉਣੀ ਕੀਤੀ ਹੈ। ਨਹੀਂ ਤਰਾਸ ਮਨ ਦੁਸ਼ਟਨ ਕੀਨਸ। ਪਰ ਮਨ ਦੇ ਵਿੱਚ ਇਸ ਦੁਸ਼ਟ ਪਾਪੀ ਚੰਦੂ ਨੇ ਥੋੜਾ ਜਿੰਨਾ ਵੀ ਤਰਸ ਨਹੀਂ ਕਰਨਾ ਕੀਤਾ। ਹੰਕਾਰ ਦੇ ਵਿੱਚ ਆਇਆ ਹੋਇਆ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਉੱਪਰ ਰੇਤਾ ਪਾ ਰਿਹਾ ਸੀ। ਬੈਠੇ ਰਹਿ ਅਬੋਲ ਅਡੋਲ। ਪਰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਵੀ ਸੁਖਮਨੀ ਸਾਹਿਬ ਜੀਆਂ ਦੀ ਬਾਣੀ ਨੂੰ ਰਚਣ ਵਾਲੇ ਸ਼ਾਂਤੀ ਦੇ ਪੁੰਜ ਗੁਰੂ ਅਰਜਨ ਪਾਤਸ਼ਾਹ ਜੀ ਤਪਦੀ ਹੋਈ ਰੇਤਾ ਦੇ ਉੱਪਰ ਅਡੋਲ ਬੈਠੇ ਨੇ। ਸਤਿਗੁਰ ਮਹਿਮਾ ਮਹਾ ਅਤੁਲ। ਕਵੀ ਜੀ ਕਹਿੰਦੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਇਹਨਾਂ ਦੀ ਮਹਿਮਾ ਬੜੀ ਹੀ ਵੱਡੀ ਹੈ, ਬੇਅੰਤ ਨਹੀਂ ਕੀਤੀ ਜਾ ਸਕਦੀ, ਜਿਹੜੇ ਅਡੋਲ ਹੀ ਇਸ ਤਪਦੀ ਹੋਈ ਰੇਤਾ ਦੇ ਉੱਪਰ ਬੈਠੇ ਹੋਏ ਨੇ। ਅਜਰ ਜਾਰਨ ਕੀ ਆਉਦ ਜਨਾਈ। ਇਸ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀਆਂ ਨੇ ਅਜਰ ਜਿਹੜਾ ਨਾ ਜਰਿਆ ਜਾਣ ਵਾਲਾ ਵੀ ਗੁਰੂ ਅਰਜਨ ਪਾਤਸ਼ਾਹ ਜੀਆਂ ਨੇ ਜਰਿਆ ਹੈ। ਇਹ ਵੱਖਰੀ ਹੀ ਨੀਤੀ ਜਿਹੜੀ ਤਿਆਰ ਕਰ ਦਿੱਤੀ ਹੈ। ਇਤੇ ਕਸ਼ਟ ਤੇ ਮਹਾ ਅਤੁਲ। ਇਤੇ ਕਸ਼ਟ ਤੇ ਨਹੀਂ ਦਿਖਾਈ। ਇੰਨੇ ਕਸ਼ਟ ਵੀ ਆ ਗਏ, ਪਰ ਗੁਰੂ ਅਰਜਨ ਪਾਤਸ਼ਾਹ ਜੀ ਨੇ ਸੀ ਨਹੀਂ ਕੀਤੀ ਤੇ ਨਾ ਹੀ ਕੋਈ ਕਰਾਮਾਤ ਦਿਖਾਉਣਾ ਕੀਤੀ ਹੈ। ਇੰਦਰ ਆਦ ਜੇਤਕ ਸੁਰ ਸਾਰੀ। ਤੇ ਉਸ ਵੇਲੇ ਕਵੀ ਜੀ ਕਹਿਣ ਲੱਗੇ ਜਿੰਨੇ ਵੀ ਦੇਵਤੇ ਹਨ ਇੰਦਰ ਆਦਿਕ ਜਾਤ੍ਰਿਕ ਚਿਤ ਗੁਰ ਜਗਤ ਨਿਹਾਰੀ। ਸਾਰੇ ਹੀ ਗੁਰੂ ਅਰਜਨ ਪਾਤਸ਼ਾਹ ਮਹਾਰਾਜਿਆਂ ਦੇ ਕੌਤਕਾਂ ਨੂੰ ਜਿੰਨੇ ਵੀ ਦੇਵੀ ਦੇਵਤੇ ਨੇ ਹੱਥ ਜੋੜ ਕਰਕੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਕੌਤਕ ਵੇਖ ਰਹੇ ਨੇ। ਧੰਨ ਧੰਨ ਸਭ ਕਰਹਿ ਬਖਾਨਾ। ਸਾਰੇ ਦੇਵੀ ਦੇਵਤੇ ਕਹਿਣ ਲੱਗੇ ਗੁਰੂ ਅਰਜਨ ਪਾਤਸ਼ਾਹ ਜੀ ਤੁਸੀਂ ਧੰਨ ਹੋ, ਧੰਨ ਹੋ, ਤੁਹਾਡੇ ਨਾਲ ਦਾ ਕੋਈ ਬ੍ਰਹਮ ਗਿਆਨੀ ਸੂਰਮਾ ਇਸ ਧਰਤੀ ਉੱਪਰ ਨਹੀਂ ਆਇਆ ਜੀ। ਇਨ ਤੇ ਬਿਨਾ ਨਾ ਐਸੋ ਆਨਾ। ਇਹ ਸੱਚੇ ਪਾਤਸ਼ਾਹ ਤੁਹਾਡੇ ਤੋਂ ਬਿਨਾ ਨਾ ਤਾਂ ਇਸ ਦੁਨੀਆ ਤੇ ਕੋਈ ਆਇਆ ਹੈ ਤੇ ਨਾ ਹੀ ਤੁਹਾਡੀ ਬਰਾਬਰ ਦਾ ਕੋਈ ਵੀ ਇਸ ਦੁਨੀਆ ਵਿੱਚ ਆ ਸਕਦਾ ਹੈ। ਹਰ ਬੰਧਨ ਸੁਰ ਸਦਨ ਸਿਧਾਰੀ। ਕਵੀ ਜੀ ਕਹਿੰਦੇ ਫਿਰ ਸਾਰੇ ਦੇਵੀ ਦੇਵਤਿਆਂ ਨੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਅੱਗੇ ਹੱਥ ਜੋੜ ਕਰਕੇ ਬੰਦਨਾ ਕਰਕੇ ਵਾਪਸ ਜਾਣਾ ਕੀਤਾ ਹੈ। ਆਪਸ ਬਿਖਾ ਬਿਰਤੰਤ ਉਚਾਰੀ। ਫਿਰ ਜਿੰਨੇ ਵੀ ਦੇਵੀ ਦੇਵਤੇ ਨੇ ਆਪਸ ਦੇ ਵਿੱਚ ਸਾਰੀ ਹੀ ਵਾਰਤਾ ਨੂੰ ਇੱਕ ਦੂਸਰੇ ਦੇ ਨਾਲ ਕਰਨਾ ਕਰਦੇ ਨੇ। ਗਇਓ ਦੁਸ਼ਟ ਪੁਨ ਗੁਰ ਨਿਕਸਾਈ। ਤੇ ਉਸ ਵੇਲੇ ਸਾਰੇ ਹੀ ਦੇਵੀ ਦੇਵਤੇ ਜਿਹੜੇ ਚਲੇ ਗਏ ਤੇ ਜਿਹੜਾ ਚੰਦੂ ਪਾਪੀ ਸੀ
ਉਸਨੇ ਗੁਰੂ ਅਰਜਨ ਪਾਤਸ਼ਾਹ ਜੀਆਂ ਨੂੰ ਉਸ ਤਪਦੀ ਹੋਈ ਰੇਤ ਦੇ ਵਿੱਚੋਂ ਬਾਹਰ ਕੱਢਣਾ ਕੀਤਾ ਏ। ਪੂਰਬ ਥਲ ਦਹਾਨ ਬਿਠਾਈ, ਤੇ ਜਿਹੜੀ ਜਗ੍ਹਾ ਤੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਪਹਿਲਾਂ ਸਜੇ ਬੈਠੇ ਸਨ, ਉੱਥੇ ਹੀ ਫਿਰ ਆ ਕਰਕੇ ਬਿਠਾਉਣਾ ਕੀਤਾ ਏ। ਸਭ ਤਨ ਪਰ ਜਰਬੇ ਬ੍ਰਿਣ ਭਏ, ਤੇ ਸਾਰੇ ਹੀ ਸਰੀਰ ਦੇ ਉੱਪਰ ਫਲੋਏ ਪੈ ਗਏ ਹਨ, ਪਰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਅਡੋਲ ਨੇ। ਹਿਰਦੇ ਦੇ ਵਿੱਚ ਕੋਈ ਵੀ ਡਰ, ਕੋਈ ਵੀ ਮਨ ਦੇ ਵਿੱਚ ਬੁਰਾ ਖਿਆਲ ਨਹੀਂ ਲਿਆਉਣਾ ਕੀਤਾ। ਕਾਨਾ ਸ਼ਰਾਪ ਸਾਚ ਚਹ ਗਈ, ਤੇ ਕਈ ਕਹਿੰਦੇ ਨੇ ਜਿਹੜੇ ਮੂੜ ਮੱਤ ਵਾਲੇ ਨੇ, ਕਹਿਣ ਲੱਗੇ ਤਾਂ ਕਾਨੇ ਦਾ ਸ਼ਰਾਬ ਸੀ ਜਿਹੜਾ ਗੁਰੂ ਅਰਜਨ ਨੂੰ ਲੱਗਾ। ਪਰ ਕਵੀ ਜੀ ਕਹਿੰਦੇ ਇਹਨਾਂ ਮੂਰਖਾਂ ਦੇ ਬਾਰੇ ਕੀ ਕਹਿ ਜਾਵੇ ਵੀ ਇਹ ਮੂਰਖ ਲੋਕ ਕਹਿੰਦੇ ਨੇ ਕਾਨੇ ਦਾ ਸ਼ਰਾਬ ਗੁਰੂ ਅਰਜਨ ਨੂੰ ਲੱਗਾ ਏ। ਪਰ ਉਹ ਗੁਰੂ ਅਰਜਨ ਸਾਰੇ ਬ੍ਰਹਮ ਗਿਆਨੀਆਂ ਨੂੰ, ਭਗਤਾਂ ਨੂੰ ਪੈਦਾ ਕਰਨ ਵਾਲਾ ਏ। ਉਸ ਗੁਰੂ ਅਰਜਨ ਦੇ ਉੱਪਰ ਕੋਈ ਵੀ ਕਿਸੇ ਦਾ ਸ਼ਰਾਪ ਨਹੀਂ ਲੱਗਿਆ। ਦੋਹਰਾ ਭਈ ਜਾਮਨੀ ਆਨ ਕਰ ਛਾਇਓ ਤਿਮਰ ਮਹਾਨ, ਕਵੀ ਜੀ ਕਹਿੰਦੇ ਉਸ ਵੇਲੇ ਜਾਮਣੀ ਭਾਵ ਰਾਤ ਦਾ ਪਹਿਲਾ ਪਹਿਰ ਬੀਤਿਆ ਹੈ ਤੇ ਰਾਤ ਹੋਣਾ ਕੀਤੀ ਹੈ। ਹਰ ਘਰ ਪਰਿਓ ਵਿਸਾਲ ਤਬ ਜੇ ਜਗ ਅਜਮਤਵਾਨ, ਤੇ ਗੁਰੂ ਅਰਜਨ ਪਾਤਸ਼ਾਹ ਜੀ ਆਪਣੀ ਜਗ੍ਹਾ ਦੇ ਉੱਪਰ ਬਿਰਾਜੇ ਹੋਏ ਹਨ ਤੇ ਉਹਨਾਂ ਦੇ ਕੋਲ ਬੜੇ ਹੀ ਜਿਹੜੇ ਦੇਵੀ ਦੇਵਤੇ ਆ ਕਰਕੇ ਨਮਸਕਾਰਾਂ ਕਰਦੇ ਨੇ। ਬੜੇ ਹੀ ਭਗਤ ਆ ਕਰਕੇ ਗੁਪਤ ਪਹਿਰੇ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਅੱਗੇ ਅਜਮਤਾਂ ਨੂੰ ਵੇਖ ਕਰਕੇ ਝੁਕਣਾ ਕਰਦੇ ਹਨ। ਚੌਪਈ ਚੱਲ ਆਇਓ ਤਬ ਗੋਰਖਨਾਥ, ਕਵੀ ਜੀ ਕਹਿੰਦੇ ਉਸ ਵੇਲੇ ਸਾਰੇ ਹੀ ਸਿਪਾਹੀਆਂ ਨੂੰ ਬੇਹੋਸ਼ ਕਰਕੇ ਉਸ ਵੇਲੇ ਇਹਨਾਂ ਦੇ ਕੋਲੋਂ ਜੋਗੀਆਂ ਦਾ ਜੋਗੀ ਗੋਰਖਨਾਥ ਚੱਲ ਕੇ ਆਇਆ ਹੈ। ਸਿੱਧ 84 ਦੇ ਕਰ ਸਾਥ, ਤੇ ਜਿਹੜੇ 84 ਸਿੱਧ ਹਨ, ਇਹਨਾਂ 84 ਸਿੱਧਾਂ ਨੂੰ ਗੋਰਖਨਾਥ ਨੇ ਆਪਣੇ ਨਾਲ ਲੈ ਕੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਕੋਲ ਪਹੁੰਚਾ ਹੈ। ਮੁਰਸ਼ਿਦ ਕੀਨ ਸਿਪਾਹੀ ਸਾਰੀ, ਤੇ ਜਿੰਨੇ ਵੀ ਸਿਪਾਹੀ ਸਨ ਸਾਰੇ ਹੀ ਸਿਪਾਹੀਆਂ ਨੂੰ ਬੇਹੋਸ਼ ਕਰ ਦਿੱਤਾ ਏ। ਦੇਖ ਆਦੇਸ਼ ਆਦੇਸ਼ ਉਚਾਰੀ, ਤੇ ਆ ਕਰਕੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀਆਂ ਦੇ ਅੱਗੇ ਆਦੇਸ਼ ਆਦੇਸ਼ ਕਹਿਣਾ ਕੀਤਾ ਹੈ। ਕਿਉਂਕਿ ਜਿਹੜੇ ਸਿੱਧ ਸਨ, ਜਿਵੇਂ ਆਪਾਂ ਫਤਿਹ ਗਜਾਈ ਦੀ ਏ, ਉਸੇ ਤਰੀਕੇ ਨਾਲ ਜਿਹੜੇ ਸਿੱਧ ਹਨ ਜਦੋਂ ਗੁਰੂ ਨਾਨਕ ਪਾਤਸ਼ਾਹ ਜੀਆਂ ਦੇ ਕੋਲ ਵੀ ਆਏ ਤੇ ਅੱਗੇ ਆ ਕਰਕੇ ਸਿੱਧ ਕਹਿਣ ਲੱਗੇ ਆਦੇਸ਼ ਆਦੇਸ਼। ਗੁਰੂ ਨਾਨਕ ਪਾਤਸ਼ਾਹ ਜੀ ਕਹਿਣ ਲੱਗੇ ਨਹੀਂ, ਜਪਜੀ ਸਾਹਿਬ ਜੀਆਂ ਦੀ ਬਾਣੀ ਦੇ ਵਿੱਚ ਉਚਾਰਨ ਕਰਦੇ ਨੇ ਆਦੇਸ਼ ਤਿਸੈ ਆਦੇਸ਼। ਸੱਚੇ ਪਾਤਸ਼ਾਹ ਜੀ ਕਹਿੰਦੇ ਆਦੇਸ਼ ਕਹਿਣਾ ਉਹਦੇ ਬਾਰੇ ਕਹੋ। ਇਸ ਤਰੀਕੇ ਦੇ ਜਿਹੜੇ ਸਿੱਧ ਹਨ ਇਹ ਆਦੇਸ਼ ਆਦੇਸ਼ ਕਰਕੇ ਗੁਰੂ ਅਰਜਨ ਪਾਤਸ਼ਾਹ ਅੱਗੇ ਨਮਸਕਾਰ ਕੀਤੀ ਹੈ। ਸਨਮੁਖ ਖਰੋ ਹੋਏ ਕਰ ਬੋਲਾ, ਤੇ ਸਨਮੁਖ ਹੋ ਕਰਕੇ ਇਹਨਾਂ ਸਿੱਧਾਂ ਨੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਅੱਗੇ ਹੱਥ ਜੋੜ ਕਰਕੇ ਬੋਲਣਾ ਕੀਤਾ ਏ। ਕਹਿਣ ਲੱਗੇ ਸੱਚੇ ਪਾਤਸ਼ਾਹ ਜੀ ਤੁਹਾਡਾ ਅਡੋਲ ਨਿਸ਼ਚਾ ਹੈ, ਤੁਸੀਂ ਬੜੇ ਹੀ ਮਹਾਨ ਹੋ ਜੀ। ਅਜਰ ਜਰਨ ਤੁਮ ਸਾਮਨਹਿ ਆਨ, ਇਹ ਸੱਚੇ ਪਾਤਸ਼ਾਹ ਬੜੇ ਹੀ ਲੋਕ ਧਰਤੀ ਤੇ ਆਏ, ਬੜੇ ਹੀ ਅਵਤਾਰ ਆਏ ਸੱਚੇ ਪਾਤਸ਼ਾਹ, ਪਰ ਉਹ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਵੀ ਡੋਲਦੇ ਰਹੇ ਨੇ। ਨਿੱਕੀਆਂ ਨਿੱਕੀਆਂ ਧਨ ਦੌਲਤ ਦੇ ਬਦਲੇ ਜੰਗਾਂ ਯੁੱਧ ਕਰਦੇ ਰਹੇ, ਇਸਤਰੀਆਂ ਦੇ ਬਦਲੇ ਜੰਗ ਯੁੱਧ ਕਰਦੇ ਰਹੇ। ਪਰ ਇਹ ਸੱਚੇ ਪਾਤਸ਼ਾਹ ਤੁਹਾਡੇ ਵਰਗਾ ਕੋਈ ਵੀ ਇਸ ਦੁਨੀਆ ਦੇ ਵਿੱਚ ਨਾ ਤਾਂ ਪਹਿਲਾਂ ਆਇਆ ਏ, ਨਾ ਗੁਰੂ ਅਰਜਨ ਪਾਤਸ਼ਾਹ ਜੀ ਤੁਹਾਡੇ ਵਰਗਾ ਕੋਈ ਮਹਾਨ ਵਿਅਕਤੀ ਇਸ ਦੁਨੀਆ ਵਿੱਚ ਆ ਸਕਦਾ ਏ। ਕੀਰਤ ਸਗਰੇ ਭਏ ਹੈਰਾਨ, ਸਾਰੇ ਹੀ ਜਿੰਨੇ ਸਿੱਧ ਆਏ ਨੇ ਆ ਕਰਕੇ ਗੁਰੂ ਅਰਜਨ ਪਾਤਸ਼ਾਹ ਜੀਆਂ ਨੂੰ ਵੇਖ ਕੇ ਬੜੇ ਹੀ ਹੈਰਾਨ ਹੁੰਦੇ ਨੇ। ਏਤਕ ਤਾਪ ਸਹੇ ਨਹਿ ਡੋਲੇ, ਇਹ ਸੱਚੇ ਪਾਤਸ਼ਾਹ ਤੁਸੀਂ ਸਭ ਕੁਝ ਕਰ ਸਕਦੇ ਹੋ, ਤੁਸੀਂ ਆਪਣੇ ਅੱਖਾਂ ਨੂੰ ਮੀਟਣ ਦੇ ਸਮੇਂ ਵਿੱਚ ਇਸ ਧਰਤੀ ਨੂੰ ਨਾਸ਼ ਕਰ ਸਕਦੇ ਹੋ ਸੱਚੇ ਪਾਤਸ਼ਾਹ, ਪਰ ਇੰਨੇ ਕਸ਼ਟ ਕਿਉਂ ਸਹਿੰਦੇ ਰਹੇ ਹੋ ਆਪਣੇ ਸਰੀਰ ਉੱਪਰ। ਨਸਹ ਜਗਤ ਜਿਨ ਇੱਕ ਬਚ ਬੋਲੇ, ਸੱਚੇ ਪਾਤਸ਼ਾਹ ਜੀ ਤੁਹਾਡੇ ਇੱਕ ਬਚਨ ਦੇ ਨਾਲ ਹੀ ਇਹ ਦੁਨੀਆ ਜਿਹੜੀ ਨਾਸ਼ ਹੋ ਸਕਦੀ ਏ। ਤੁਮ ਨਿਜ ਨੇਮ ਨਿਬਾਹਨ ਕਰੋ, ਪਰ ਵਾਹ ਗੁਰੂ ਅਰਜਨ ਪਾਤਸ਼ਾਹ ਜੀ ਆਪਣੇ ਸਿੱਖਾਂ ਨੂੰ ਤੁਸੀਂ ਕਿਹਾ ਭਾਣੇ ਦੇ ਵਿੱਚ ਰਹੋ, ਪਰ ਵਾਹ ਗੁਰੂ ਅਰਜਨ ਪਾਤਸ਼ਾਹ ਜੀ
ਤੁਸੀਂ ਵੀ ਉਸ ਵਾਹਿਗੁਰੂ ਦੇ ਭਾਣੇ ਵਿੱਚ ਰਹੇ ਹੋ ਦੁਸ਼ਟ ਵਿਨਾਸ਼ਨ ਏਸ ਨਾ ਧਰੋ। ਤੇ ਦੁਸ਼ਟਾਂ ਨੂੰ ਮਾਰਨ ਦੇ ਲਈ ਆਪਣੇ ਮਨ ਦੇ ਵਿੱਚ ਕਿਸੇ ਪ੍ਰਕਾਰ ਦਾ ਵੀ ਗੁੱਸਾ ਨਹੀਂ ਕੀਤਾ। ਮੈਂ ਅਬ ਪਾਪੀ ਕੋ ਘਰ ਜੇਤੂ। ਤੇ ਕਹਿਣ ਲੱਗੇ ਸਿੱਧ ਸੱਚੇ ਪਾਤਸ਼ਾਹ ਜੀ, ਅਸੀਂ ਹੁਣ ਪਾਪੀ ਬਣ ਜਾਈਏ, ਇਹਨਾਂ ਦੁਸ਼ਟਾਂ ਨੂੰ ਮਾਰ ਦੇਣਾ ਕਰੀਏ। ਅਵਨੀ ਖੰਡ ਉਲਟ ਦਿਉ ਤੇ ਤੋ। ਇਹ ਸੱਚੇ ਪਾਤਸ਼ਾਹ ਜੀ, ਇਹਨਾਂ ਨੂੰ ਕਰਾਮਾਤਾਂ ਦਿਖਾ ਕੇ ਸਾਰੇ ਦੁਸ਼ਟਾਂ ਤੁਰਕਾਂ ਦੀਆਂ ਜੜ੍ਹਾਂ ਪੁੱਟ ਦੇਵਾਂਗੇ। ਇਹ ਗੁਰੂ ਅਰਜਨ ਪਾਤਸ਼ਾਹ ਜੀ, ਇੱਕ ਹੁਕਮ ਕਰਨਾ ਕਰੋ। ਸਾਨੂੰ ਪਤਾ ਹੈ ਕਰਾਮਾਤਾਂ ਦਿਖਾ ਕੇ ਨਰਕ ਦੇ ਵਿੱਚ ਜਾਇਆ ਜਾਂਦਾ ਹੈ, ਪਰ ਸੱਚੇ ਪਾਤਸ਼ਾਹ ਜੀ, ਜੇ ਤੁਹਾਡੀ ਜਾਨ ਨੂੰ ਬਚਾ ਲਈਏ ਕਰਾਮਾਤਾਂ ਦਿਖਾ ਕੇ, ਅਸੀਂ ਨਰਕ ਦੇ ਵਿੱਚ ਪੈਣੋਂ ਬਚ ਜਾਵਾਂਗੇ। ਮਹਾ ਵਗਿਆ ਕੋ ਫਲ ਪਾਵੈ। ਇਹ ਸੱਚੇ ਪਾਤਸ਼ਾਹ ਜੀ, ਅਸੀਂ ਜਾਣਦੇ ਹਾਂ ਵੱਡੇ ਪਾਪ ਦਾ ਫਲ ਪ੍ਰਾਪਤ ਹੁੰਦਾ ਹੈ ਜੇ ਕਰਾਮਾਤ ਦਿਖਾ ਦਈਏ। ਕੋਨ ਜਗ ਮਹਿ ਨਹਿ ਸੰਤ ਦੁਖਾਵੈ। ਸੱਚੇ ਪਾਤਸ਼ਾਹ ਜੀ, ਤੁਸੀਂ ਆਗਿਆ ਕਰੋ, ਇਸ ਚੰਦੂ ਦੇ ਰਾਜ ਦੇ ਵਿੱਚ ਐਸੇ ਭਗਤਾਂ ਨੂੰ ਸੰਤਾਂ ਦੇ ਉੱਪਰ ਕਸ਼ਟ ਆਉਂਦੇ ਨੇ, ਇਹਨਾਂ ਤੁਰਕਾਂ ਦੀਆਂ ਸੱਚੇ ਪਾਤਸ਼ਾਹ ਜੜ੍ਹਾਂ ਪੁੱਟ ਦੇਵਾਂਗੇ। ਇੱਕ ਵਾਰ ਤੁਸੀਂ ਹੁਕਮ ਤਾਂ ਕਰਨਾ ਕਰੋ ਸੱਚੇ ਪਾਤਸ਼ਾਹ ਜੀ, ਐਵੇਂ ਚੁੱਪ ਕਰਕੇ ਨਾ ਬੈਠੇ ਰਹੋ, ਸਾਨੂੰ ਹੁਕਮ ਕਰਨਾ ਕਰੋ, ਇਹਨਾਂ ਦੁਸ਼ਟਾਂ ਦਾ ਨਾਸ਼ ਕਰ ਦੇਵਾਂਗੇ। ਨਾਸ਼ ਤਾਂ ਦੁਸ਼ਟ ਹੰਕਾਰੀ ਹੋਏ। ਨਹੀਂ ਤਾਂ ਸੱਚੇ ਪਾਤਸ਼ਾਹ ਜੀ, ਇਹ ਦੁਸ਼ਟ ਹੰਕਾਰੀ ਹੋ ਜਾਣਗੇ। ਤੁਸੀਂ ਹੁਕਮ ਦੇਵੋ, ਇਹ ਮੁੜ ਕਰਕੇ ਵੀ ਕਿਸੇ ਸੰਤ ਭਗਤ ਬ੍ਰਹਮ ਗਿਆਨੀ ਨੂੰ ਇਸ ਤਰੀਕੇ ਦੇ ਕਸ਼ਟ ਨਹੀਂ ਦੇਣਗੇ। ਦੇਹ ਕਸ਼ਟ ਸੰਤਨ ਸਭ ਕੋਏ। ਇਹ ਜਿਹੜੇ ਲੋਕ ਹਨ, ਇਹ ਸੰਤਾਂ ਨੂੰ ਬ੍ਰਹਮ ਗਿਆਨੀਆਂ ਨੂੰ ਬੜੇ ਦੁੱਖ ਦਿੰਦੇ ਨੇ। ਸ੍ਰੀ ਸਤਿਗੁਰ ਸੁਨ ਕਰ ਕਹਿ ਬੈਨ। ਉਸ ਵੇਲੇ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਧਰਤੀ ਦੇ ਸਮਾਨ ਧੀਰਜ ਧਾਰਨ ਵਾਲੇ ਇਹਨਾਂ ਸਿੱਧਾਂ ਦੇ ਬਚਨਾਂ ਨੂੰ ਸੁਣ ਕਰਕੇ, ਗੋਰਖਨਾਥ ਦੀਆਂ ਗੱਲਾਂ ਨੂੰ ਸੁਣ ਕੇ ਗੁਰੂ ਅਰਜਨ ਪਾਤਸ਼ਾਹ ਜੀਆਂ ਨੇ ਵਾਕ ਕਹੇ ਨੇ। ਮਨ ਸੰਤਨ ਕੇ ਤਰਾਸ ਰਹਿਨ। ਗੁਰੂ ਅਰਜਨ ਪਾਤਸ਼ਾਹ ਜੀਆਂ ਨੇ ਵਾਕ ਕਹੇ ਨੇ। ਕਵੀ ਜੀ ਕਹਿੰਦੇ ਐਸੇ ਵਾਕ ਕਹੇ ਨੇ ਜਿਨ੍ਹਾਂ ਨਾਲ ਸੰਤਾਂ ਦੇ ਮਨ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਡਰ ਨਹੀਂ ਰਹੇਗਾ। ਆਪ ਨੇ ਕਰਨੋ ਹੈ ਅਸ ਖੇਲੀ। ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ, ਸਿੱਧੋ, ਕਿਸੇ ਵੀ ਪ੍ਰਕਾਰ ਦਾ ਗੁੱਸਾ ਆਪਣੇ ਮਨ ਦੇ ਵਿੱਚ ਨਾ ਲਿਆਵੋ। ਇਹ ਸਾਡੇ ਹੁਕਮ ਅਨੁਸਾਰ ਹੋ ਰਿਹਾ ਏ, ਅਸੀਂ ਆਪਣੇ ਹੁਕਮ ਅਨੁਸਾਰ ਹੀ ਸਭ ਕੁਝ ਕਰ ਸਕਦੇ ਹਾਂ। ਨਹੀਂ ਤਾਂ ਕੌਣ ਹੈ ਸ਼ਕਤੀ, ਕਿਹੜੀ ਸ਼ਕਤੀ ਇਸ ਧਰਤੀ ਦੇ ਉੱਪਰ ਪੈਦਾ ਹੋਈ ਏ ਜਿਹੜੀ ਗੁਰੂ ਨਾਨਕ ਦੀ ਗੱਦੀ ਦੇ ਅੱਗੇ ਅੜ ਜਾਵੇ। ਪਰ ਇਹ ਅਸੀਂ ਭਾਣੇ ਦੇ ਵਿੱਚ ਰਹਿ ਕਰਕੇ ਆਪ ਹੀ ਕਰ ਰਹੇ ਹਾਂ। ਆਏ ਅਪਰ ਕੋ ਵਿਗਨ ਨਾ ਮੇਟੇ। ਤੇ ਹੁਣ ਤੁਸੀਂ ਕਿਸੇ ਪ੍ਰਕਾਰ ਦਾ ਵੀ ਸਾਡੇ ਚੱਲਦੇ ਹੋਏ ਕਾਰਜਾਂ ਦੇ ਵਿੱਚ ਵਿਘਨ ਨਾ ਪਾਵੋ। ਹੋਨਹਾਰ ਪਰ ਨਿਸ਼ਚਾ ਕਰਨੋ। ਜੋ ਵੀ ਹੋਣਾ ਹੈ ਉਹ ਹੋ ਕਰਕੇ ਰਹਿਣਾ ਹੈ। ਉਸ ਵਾਹਿਗੁਰੂ ਦੇ ਉੱਪਰ ਆਪਣਾ ਭਰੋਸਾ ਨਿਸ਼ਚਾ ਰੱਖਣਾ ਕਰੋ। ਇਹ ਸੰਤਨ ਕੋ ਮਤ ਬਰ ਬਰਨੋ। ਇਹ ਜਿਹੜਾ ਸੰਤਾਂ ਦਾ ਮਤ ਹੈ, ਇਹ ਸਾਰੇ ਮਨ ਦੇ ਵਿੱਚ ਧਾਰਨ ਕਰਨਾ ਕਰੋ। ਜਿਹੜੇ ਸੰਤ ਬ੍ਰਹਮ ਗਿਆਨੀ ਹੁੰਦੇ ਨੇ, ਭਾਵੇਂ ਜਿੰਨੇ ਮਰਜ਼ੀ ਲੋਕ ਦੁੱਖ ਦਿੰਦੇ ਰਹਿਣ, ਪਰ ਬ੍ਰਹਮ ਗਿਆਨੀ ਸਦਾ ਹੀ ਅਡੋਲ ਰਹਿੰਦਾ ਹੈ, ਉਹਦੇ ਭਾਣੇ ਦੇ ਵਿੱਚ ਰਹਿਣਾ ਕਰਦਾ ਹੈ। ਇਹੀ ਬਾਤ ਆਪ ਦੇ ਕਰ ਜਾਵੋ। ਹੁਣ ਇਹੀ ਜਿਹੜੀ ਗੱਲ ਹੈ, ਇਹ ਸਿੱਧੋ ਆਪਣੇ ਨਾਲ ਮਨ ਦੇ ਵਿੱਚ ਧਾਰਨ ਕਰਕੇ ਲੈ ਕੇ ਜਾਵੋ। ਤਨ ਹੰਤਾ ਧਾਰ ਨਹੀਂ ਡੁਲਾਵੈ। ਤੇ ਅਸੀਂ ਆਪਣੇ ਤਨ ਦਾ ਹੁਣ ਘਾਤ ਕਰ ਦੇਵਾਂਗੇ, ਸਵਾਸਾਂ ਨੂੰ ਰੋਕ ਦੇਵਾਂਗੇ, ਤੇ ਇਸ ਪ੍ਰਕਾਰ ਦਾ ਕੋਈ ਵੀ ਦੁੱਖ ਆਪਣੇ ਮਨ ਦੇ ਵਿੱਚ ਨਾ ਲਿਆਉਣਾ ਕਰਿਓ। ਸੁਣ ਕਰ ਧੰਨ ਧੰਨ ਕਹਿ ਗਈ। ਤੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਬਚਨਾਂ ਨੂੰ ਸੁਣ ਕੇ ਸਾਰੇ ਹੀ ਸਿੱਧ ਧੰਨ ਧੰਨ ਕਹਿ ਕੇ ਉਥੋਂ ਜਾਣਾ ਕਰਦੇ ਨੇ। ਗੁਰ ਰੁਖ ਦੇਖ ਨਾ ਸਿੱਧ ਪ੍ਰਗਟਾਈ। ਤੇ ਗੁਰੂ ਸਾਹਿਬ ਜੀਆਂ ਦਾ ਰੁਖ ਵੇਖ ਕਰਕੇ ਸਿੱਧਾਂ ਨੇ ਕੋਈ ਵੀ ਉੱਥੇ ਕਰਾਮਾਤ ਦਿਖਾਉਣੀ ਨਹੀਂ ਕੀਤੀ। ਛਿਨ ਮਹਿ ਕੁਛ ਤੇ ਕੁਛ ਕਰ ਦੇਵੈ। ਕਵੀ ਜੀ ਕਹਿੰਦੇ ਇਹ ਸਿੱਧ ਜਿਹੜੇ ਨੇ, ਇਹ ਛਿਨ ਪਲ ਸਮੇਂ ਦੇ ਵਿੱਚ ਕੁਝ ਤੋਂ ਕੁਝ ਕਰ ਦੇਣ ਵਾਲੇ ਹਨ। ਤੀਰਥ ਜਿਨ ਕੋ ਨਾਰ ਗਨ ਸੇਵੈ। ਜਿਨ੍ਹਾਂ ਨੂੰ ਵੇਖ ਕਰਕੇ ਸਮੂਹ ਲੋਕ ਜਿਹੜੇ ਸੇਵਨਾ ਕਰਦੇ ਹਨ, ਇਹ ਗੁਰੂ ਅਰਜਨ ਪਾਤਸ਼ਾਹ ਜੀ ਵੀ ਪਲਾਂ ਦੇ ਵਿੱਚ ਦੁਨੀਆ ਨੂੰ ਤਬਾਹ ਕਰ ਸਕਦੇ ਨੇ। ਅਵਸਰ ਪਾਏ ਪੀਰ ਪੁਨ ਆਈ। ਤੇ ਫਿਰ ਅਵਸਰ ਪਾ ਕਰਕੇ
ਪੀਰ ਨੇ ਆਉਣਾ ਕੀਤਾ ਹੈ। ਜਿਹੜੇ ਪੀਰ ਹਨ ਸਾਈਂ ਮੀਆਂ ਮੀਰ ਜੀ, ਉਹ ਵੀ ਗੁਰੂ ਅਰਜਨ ਪਾਤਸ਼ਾਹ ਦੇ ਕੋਲ ਪਹੁੰਚੇ ਨੇ। ਕਰਾਮਾਤ ਕਾਮਲ ਸਮਦਾਈ। ਜਿਹੜੇ ਕਵੀ ਜੀ ਕਹਿੰਦੇ ਜਿਹੜੇ ਪੀਰ ਸਾਈਂ ਮੀਆਂ ਮੀਰ ਜੀ, ਜਿਹੜੇ ਕਰਾਮਾਤ ਦੇ ਵਿੱਚ ਪੂਰੇ ਸਮਰੱਥ ਹਨ, ਨਮੋ ਕਰੀ ਹੋਏ ਖਰੇ ਅਗਾਰੀ। ਉਹ ਵੀ ਆ ਕਰਕੇ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਅੱਗੇ ਹੱਥ ਜੋੜ ਕਰਕੇ ਨਿਮਰਤਾ ਦੇ ਨਾਲ ਬੇਨਤੀਆਂ ਕਰਦੇ ਨੇ। ਕਿਉਂ ਤੁਮ ਸਹੋ ਕਸ਼ਟ ਤਨ ਭਾਰੀ। ਕਹਿਣ ਲੱਗੇ ਸੱਚੇ ਪਾਤਸ਼ਾਹ ਜੀ, ਤੁਸੀਂ ਇੰਨੇ ਕਸ਼ਟ ਕਿਉਂ ਸਹਿਣਾ ਕਰਦੇ ਹੋ? ਪਤਾ ਹੈ ਦੁਸ਼ਟ ਕੋ ਬਿਲਮ ਨਾ ਲਾਵੈ। ਇਹ ਸੱਚੇ ਪਾਤਸ਼ਾਹ ਜੀ, ਅਸੀਂ ਪਲ ਦੇ ਵਿੱਚ ਹੀ ਇਹਨਾਂ ਦੁਸ਼ਟਾਂ ਨੂੰ ਮਾਰ ਦੇਵਾਂਗੇ। ਆਗਿਆ ਤਨਕ ਆਪ ਕੀ ਪਾਵੈ। ਬਸ ਸੱਚੇ ਪਾਤਸ਼ਾਹ, ਤੁਹਾਡੀ ਆਗਿਆ ਚਾਹੀਦੀ ਏ। ਕੇਵਲ ਤੁਸੀਂ ਆਗਿਆ ਕਰ ਦੇਵੋ, ਅਸੀਂ ਇਹਨਾਂ ਨੂੰ ਨਾਸ਼ ਕਰ ਦੇਵਾਂਗੇ, ਇਹਨਾਂ ਨੂੰ ਮਾਰ ਦੇਵਾਂਗੇ। ਤੁਹਾਡੀ ਆਗਿਆ ਚਾਹੀਦੀ ਏ। ਪਰ ਗੁਰੂ ਅਰਜਨ ਪਾਤਸ਼ਾਹ ਜੀ ਸ਼ਾਂਤੀ ਦੇ ਪੁੰਜ ਸ਼ਹਾਦਤ ਦਾ ਜਿਹੜਾ ਨਵਾਂ ਇਤਿਹਾਸ ਰਚਣ ਜਾ ਰਹੇ ਨੇ। ਪਹਿਲਾਂ ਸ਼ਹੀਦੀ ਮੰਨਿਆ ਜਾਂਦਾ ਸੀ, ਜੰਗ ਦੇ ਵਿੱਚ ਲੜਦੇ ਹੋਏ ਦਾ ਕਿਸੇ ਦਾ ਦੰਦ ਟੁੱਟ ਜਾਵੇ ਕਹਿ ਦਿੰਦੇ ਸਨ ਸ਼ਹੀਦ ਹੋ ਗਿਆ। ਪਰ ਸਭ ਤੋਂ ਪਹਿਲਾਂ ਜਿਹੜਾ ਸ੍ਰੇਸ਼ਟ ਵੱਖਰਾ ਇਤਿਹਾਸ ਸ਼ਹੀਦ ਦਾ ਰਚਿਆ, ਉਹ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀਆਂ ਨੇ ਸ਼ਹੀਦੀ ਦੀ ਨੀਂਹ ਰੱਖਣਾ ਕੀਤੀ ਹੈ ਵੀ ਸ਼ਹਾਦਤ ਸ਼ਹੀਦੀ ਕਿਹਨੂੰ ਕਿਹਾ ਜਾਂਦਾ ਹੈ। ਗੁਰੂ ਅਰਜਨ ਪਾਤਸ਼ਾਹ ਜੀ ਸ਼ਹੀਦੀ ਦਾ ਸਿਰਾ ਕਰਕੇ ਇਸ ਜਗਤ ਦੇ ਵਿੱਚੋਂ ਜਾਣਾ ਕਰਦੇ ਨੇ। ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਕੋਲ ਸਾਰੇ ਆ ਕੇ ਬੇਨਤੀ ਕਰਦੇ, ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਜੇ ਕਹਿਣਾ ਨਹੀਂ ਕੁਝ ਇਸ਼ਾਰਾ ਕਰ ਦੇਵੋ, ਅਸੀਂ ਦਿੱਲੀ ਤੇ ਲਾਹੌਰ ਦੀਆਂ ਟੱਕਰਾਂ ਮਰਾ ਦੇਵਾਂਗੇ। ਪਰ ਗੁਰੂ ਅਰਜਨ ਪਾਤਸ਼ਾਹ ਜੀ ਜਿਹੜੇ ਭਾਣੇ ਦੇ ਵਿੱਚ ਆਪ ਰਹੇ ਤੇ ਸਾਨੂੰ ਵੀ ਸਿਖਾ ਕੇ ਗਏ ਨੇ, ਭਾਵੇਂ ਜਿੰਨਾ ਮਰਜ਼ੀ ਕਸ਼ਟ ਆ ਜੇ, ਦੁੱਖ ਆ ਜਾਵੇ, ਅਸੀਂ ਏਸੀਆਂ ਦੇ ਥੱਲੇ ਰਹਿ ਕਰਕੇ ਵੀ ਇੰਨਾ ਤੜਫਦੇ ਹਾਂ, ਪਰ ਗੁਰੂ ਅਰਜਨ ਪਾਤਸ਼ਾਹ ਤਪਦੀ ਹੋਈ ਰੇਤਾ ਦੇ ਉੱਤੇ ਬੈਠੇ ਨੇ, ਅਡੋਲ ਬੈਠੇ ਨੇ, ਸਾਨੂੰ ਭਾਣਾ ਮੰਨਣ ਦਾ ਬਲ ਬਖਸ਼ ਗਏ ਹਨ। ਇਸ ਲਈ ਸਾਨੂੰ ਗੁਰੂ ਅਰਜਨ ਪਾਤਸ਼ਾਹ ਜੀਆਂ ਦੀ ਸਿੱਖਿਆ 'ਤੇ ਚੱਲ ਕੇ ਭਾਣਾ ਮੰਨਣਾ ਚਾਹੀਦਾ ਹੈ, ਗੁਰੂ ਦੇ ਉੱਪਰ ਭਰੋਸਾ ਰੱਖਣਾ ਚਾਹੀਦਾ ਹੈ। ਇਹ ਵਾਰਤਾ ਅੱਜ ਦੇ ਅਧਿਆਏ ਅੰਦਰ ਆਉਣਾ ਕੀਤੀ ਹੈ। ਕੱਲ੍ਹ ਕਿਸ ਤਰੀਕੇ ਦੇ ਨਾਲ ਗੁਰੂ ਅਰਜਨ ਪਾਤਸ਼ਾਹ ਜੀਆਂ ਦੇ ਕੋਲੋਂ ਹੋਰ ਕਿੰਨੀਆਂ ਗੁਪਤ ਰੂਹਾਂ ਆਉਂਦੀਆਂ ਨੇ, ਆ ਕਰਕੇ ਨਮਸਕਾਰਾਂ ਕਰਦੀਆਂ ਹਨ, ਤੇ ਕਿਵੇਂ ਚੰਦੂ ਪਾਪੀ ਫਿਰ ਗੁਰੂ ਅਰਜਨ ਪਾਤਸ਼ਾਹ ਜੀਆਂ ਨੂੰ ਕਸ਼ਟ ਦਿੰਦਾ ਹੈ। ਆਪਾਂ ਕੱਲ੍ਹ ਦੇ ਅਧਿਆਏ ਦੇ ਅੰਦਰ ਵਾਚਨਾ ਕਰਾਂਗੇ। ਅੱਜ ਦੀ ਕਥਾ ਵਿਚਾਰ ਦਾ ਇੱਥੇ ਵਿਸ਼ਰਾਮ ਲਾਉਂਦੇ ਹਾਂ। ਵਿਚਾਰ ਕਰਦਿਆਂ ਤੋਂ ਏਕ ਨਹੀਂ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਆਪ ਸਾਧ ਸੰਗਤ ਗੁਰੂ ਅਰਜਨ ਪਾਤਸ਼ਾਹ ਜੀ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਣਯੋਗ ਹਨ। ਅਣਜਾਣ ਬੱਚੇ ਸਮਝ ਕਰਕੇ ਬਖਸ਼ ਦੇਣਾ ਜੀ। ਆਓ ਆਖਰ ਦੇ ਵਿੱਚ 2 ਪੰਕਤੀਆਂ ਪੜ੍ਹ ਕਰਕੇ ਫਤਿਹ ਦੀ ਸਾਂਝ ਪਾਈਏ ਜੀ। ਹਤਹ ਸਾਦਰ ਬਾਕ ਉਚਾਰੀ, ਹਤਹ ਦੁਸ਼ਟ ਕੋ ਬਿਲਮ ਨ ਲਾਵੈ, ਆਗਿਆ ਤਨਕ ਆਪ ਕੀ ਪਾਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Subscribe to our channel by clicking the subscribe button. Click the bell button and enjoy the latest uploads from our channel.